Hello my dear loving students, welcome back to my YouTube channel. So I hope ਤੁਸੀਂ ਸਾਰੇ ਠੀਕ ਹੋਵੋਗੇ, ਵਧੀਆ ਹੋਵੋਗੇ, ਅੱਛੇ ਤਰੀਕੇ ਨਾਲ ਤੁਸੀਂ ਆਪਣੀਆਂ ਨਵੀਆਂ ਕਲਾਸਿਸ ਦੇ ਵਿੱਚ ਪਹੁੰਚ ਗਏ ਆ ਤੇ ਹੁਣ ਨਵੇਂ ਸੈਸ਼ਨ ਨੂੰ ਸਟਾਰਟ ਕਰਨ ਦੇ ਲਈ ਤੁਸੀਂ ਰੈਡੀ ਆ। ਆਈ ਹੋਪ ਇਹ ਸਾਲ ਤੁਹਾਡੇ ਸਾਰਿਆਂ ਲਈ ਬਹੁਤ ਅੱਛਾ ਜਾਵੇ, ਅੱਛੇ ਮਾਰਕਸ ਲੈ ਕੇ ਪਾਸ ਹੋਵੋ, ਆਪਣੇ ਟੀਚਰਸ ਦਾ, ਆਪਣੇ ਪੈਰੈਂਟਸ ਦਾ ਨਾਮ ਰੋਸ਼ਨ ਕਰੋ ਤੇ ਕਿਤੇ ਨਾ ਕਿਤੇ ਮੇਰਾ ਵੀ ਜ਼ਰੂਰ ਨਾਮ ਦੱਸ ਦਿਆ ਕਰੋ ਕਿ ਹਾਂ ਅਸੀਂ ਇਸ ਟੀਚਰ ਤੋਂ ਪੜ੍ਹੇ ਆ। ਸੋ ਜੋ ਅਸੀਂ ਅੱਜ ਪੋਇਮ ਕਰਨੀ ਆ ਉਹ ਪੋਇਮ ਹੈਗੀ ਕਲਾਸ 12ਵੀਂ ਦੀ ਪੋਇਮ। ਤੁਸੀਂ ਦੇਖ ਹੀ ਚੁੱਕੇ ਆ ਨਾਮ ਥੰਬਨੇਲ ਤੇ ਕਿ ਪੋਇਮ ਦਾ ਨਾਮ ਆ ਵਨਸ ਅਪੋਨ ਅ ਟਾਈਮ। ਇਹ ਪੋਇਮ ਕਿਹਦੇ ਦੁਆਰਾ ਲਿਖੀ ਹੋਈ ਆ? ਗੈਬਰੀਅਲ ਓਕੇਰਾ। ਗੈਬਰੀਅਲ ਓਕੇਰਾ ਇੱਕ ਇਹੋ ਜਿਹੇ ਪੋਇਟ ਸੀ ਜਿਹੜੇ ਕਿ ਨਾਈਜੀਰੀਆ ਦੇ ਵਿੱਚ ਸੀ, ਮੀਨਸ ਕਿ ਅਫਰੀਕਾ ਦੇ ਪੋਇਟ ਆ। ਸੋ ਪਰਸਨਲੀ ਇਹ ਪੋਇਮ ਮੈਨੂੰ ਬਹੁਤ ਅੱਛੀ ਲੱਗਦੀ ਹੈ ਬਿਕਾਜ਼ ਇਸ ਪੋਇਮ ਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਇੱਕ ਹਿਊਮਨ ਨੇਚਰ ਦੇ ਬਾਰੇ ਕਿ ਕਿੱਦਾਂ ਅਸੀਂ ਪਹਿਲਾਂ ਦਿਲਾਂ ਦੇ ਨਾਲ ਇੱਕ ਦੂਸਰੇ ਨਾਲ ਜੁੜੇ ਹੋਏ ਸੀ, ਪਰ ਅੱਜ ਦੇ ਸਮੇਂ ਵਿੱਚ ਅਸੀਂ ਜਸਟ ਫਾਰਮੈਲਿਟੀ ਦੇ ਨਾਲ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ। ਵੀ ਆਰ ਨਾਓ ਵੈਰੀ ਫਾਰਮਲ ਟੂ ਈਚ ਅਦਰਸ। ਸੋ ਦਿਸ ਇਜ਼ ਹਾਓ ਲਾਈਫ ਜਿਹੜੀ ਉਹ ਚੇਂਜ ਹੋ ਰਹੀ ਆ, ਚੇਂਜ ਜਿਹੜੀ ਹੋ ਰਹੀ ਆ ਲਾਈਫ, ਇਹਦੇ ਬਾਰੇ ਗੱਲ ਕੀਤੀ ਆ। ਸੋ ਸਟਾਰਟ ਕਰਦੇ ਹਾਂ। ਓਕੇ, ਪੋਇਮ ਦੇ ਵਿੱਚ ਜੇ ਤੁਹਾਨੂੰ ਕਿਤੇ ਲੱਗਦਾ ਆ ਕਿ ਕੁਝ ਪੁਆਇੰਟਸ ਤੁਸੀਂ ਨੋਟ ਕਰਨੇ ਆ ਤਾਂ ਤੁਸੀਂ ਪੌਜ਼ ਕਰਕੇ ਪੁਆਇੰਟ ਨੋਟ ਕਰ ਸਕਦੇ ਆ, ਦੁਬਾਰਾ ਵੀ ਸੁਣ ਸਕਦੇ ਆ ਪੌਜ਼ ਕਰਕੇ, ਬੈਕ ਕਰਕੇ। ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਿਕਾਜ਼ ਮੈਂ ਸ਼ੇਅਰ ਇਸ ਲਈ ਕਰਨ ਲਈ ਸਾਰਿਆਂ ਨੂੰ ਕਹਿੰਦੀ ਹਾਂ। ਸਬਸਕ੍ਰਾਈਬ ਤੁਸੀਂ ਕਰੋ ਨਾ ਕਰੋ, ਉਹਦਾ ਉਹ ਇਫੈਕਟ ਇੰਨਾ ਨਹੀਂ ਪਏਗਾ, ਠੀਕ ਆ, ਤੁਹਾਡੇ 'ਤੇ। ਮੇਰੇ 'ਤੇ ਪਊਗਾ ਡੈਫੀਨੇਟਲੀ, ਤੁਹਾਡੇ 'ਤੇ ਇਫੈਕਟ ਨਹੀਂ ਪਊਗਾ। ਬਟ ਜੇ ਤੁਸੀਂ ਜੇ ਤੁਸੀਂ ਸ਼ੇਅਰ ਕਰਦੇ ਆ ਨਾ, ਉਹਦਾ ਇਫੈਕਟ ਤੁਹਾਡੇ 'ਤੇ ਜ਼ਰੂਰ ਪਊਗਾ। ਉਹ ਕਿਉਂ? ਕਿਉਂਕਿ ਤੁਹਾਡੀ ਸਟੱਡੀ ਜੋ ਤੁਸੀਂ ਕਰੋਗੇ, ਜੋ ਤੁਹਾਨੂੰ ਇੱਕ ਅੱਛੇ ਮਾਰਕਸ ਦਿਵਾਊਗੀ, ਤੁਸੀਂ ਓਬਵੀਅਸ ਆਪਣੇ ਫਰੈਂਡ ਨਾਲ ਸ਼ੇਅਰ ਕਰੋਗੇ ਤਾਂ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀ ਉਹ ਅੱਛੀ ਚੀਜ਼ ਜਿਹੜੀ ਉਹ ਸਪਰੈਡ ਹੋਊਗੀ, ਉਹਨਾਂ ਨੂੰ ਵੀ ਫ੍ਰੀ ਆਫ ਕੋਸਟ ਸਿੱਖਣ ਨੂੰ ਮਿਲੂਗਾ। ਬਿਕਾਜ਼ ਬਹੁਤ ਸਾਰੇ ਸਟੂਡੈਂਟਸ ਹੁੰਦੇ ਆ, ਮੈਂ ਆਪਣੀ ਵੀਡੀਓਜ਼ ਦੇ ਵਿੱਚ ਮੋਸਟਲੀ ਕਹਿੰਦੀ ਹੀ ਰਹਿੰਦੀ ਇਹ ਗੱਲ ਕਿ ਬਹੁਤ ਸਾਰੇ ਬੱਚੇ ਜਿਹੜੇ ਹੁੰਦੇ ਆ ਉਹ ਨਹੀਂ ਟਿਊਸ਼ਨਸ 'ਤੇ ਜਾ ਪਾਉਂਦੇ। ਸੋ ਮੇਰਾ ਇੱਕ ਵੇ ਆ ਕਿ ਜਿੰਨਾ ਮੈਂ ਗਿਆਨ ਵੰਡ ਸਕਾਂ ਫ੍ਰੀ ਆਫ ਕੋਸਟ, ਉਨਾ ਮੇਰੇ ਲਈ ਵਧੀਆ ਅਤੇ ਤੁਹਾਡੇ ਸਾਰਿਆਂ ਲਈ ਵੀ ਵਧੀਆ ਕਿ ਤੁਹਾਨੂੰ ਉਹ ਗਿਆਨ ਮਿਲ ਰਿਹਾ। ਸੋ ਆਲਵੇਜ਼ ਵੈਲਕਮ ਕਰਿਆ ਕਰੋ ਅਤੇ ਪੋਇਮ ਨੂੰ ਸਟਾਰਟ ਕਰਦੇ ਹਾਂ। ਸੋ ਫਸਟ ਸਟੈਂਜਾ ਜਿਹੜਾ ਆ ਵਨਸ ਅਪੋਨ ਅ ਟਾਈਮ ਦਾ। Once upon a time, son, they used to laugh with their hearts and laugh with their eyes. ਕਹਿੰਦੇ ਇੱਕ ਸਮੇਂ ਦੀ ਗੱਲ ਆ, once upon ਇੱਕ ਸਮੇਂ ਦੀ ਗੱਲ ਆ, ਇੱਕ ਸਮਾਂ ਸੀ, ਜਦੋਂ ਆਪਾਂ ਕਹਿੰਦੇ ਨਹੀਂ ਇੱਕ ਬਾਹਰ ਦੀ ਗੱਲ ਆ। once upon ਜਿੱਥੇ ਕਿਤੇ ਵੀ ਆਵੇ ਤਾਂ ਮਤਲਬ ਇਹ ਵੀ ਇੱਕ ਸਮੇਂ ਦੀ ਗੱਲ ਆ, ਠੀਕ ਆ, ਕਿ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ। once upon a time ਪੁੱਤਰ, ਉਹ ਆਪਣੇ ਪੁੱਤਰ ਨੂੰ ਕਹਿ ਰਿਹਾ ਕਿ ਦੇਖੋ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਉਹਨਾਂ ਦੇ ਦਿਲ ਕੀ ਹੁੰਦੇ ਸੀ, ਦਿਲਾਂ 'ਚ ਹਾਸਾ ਹੁੰਦਾ ਸੀ, ਖੁਸ਼ੀਆਂ ਹੁੰਦੀਆਂ ਸੀ। ਐਂਡ ਲਾਫ ਵਿਦ ਦੇਅਰ ਆਈਜ਼, ਉਹ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਰੋਸ਼ਨੀ ਸੀ, ਇੱਕ ਚਮਕ ਸੀ, ਇੱਕ ਖੁਸ਼ੀ ਸੀ। ਬਟ ਨਾਓ ਦੇ ਓਨਲੀ ਲਾਫ ਵਿਦ ਦੇਅਰ ਟੀਥ। ਅਤੇ ਅੱਜ ਕੱਲ੍ਹ ਦਾ ਮਨੁੱਖ ਸਿਰਫ ਆਪਣੇ ਦੰਦਾਂ ਨਾਲ ਹੱਸ ਰਿਹਾ। ਦੰਦਾਂ ਨਾਲ ਹੱਸਣ ਦਾ ਮਤਲਬ ਸਿਰਫ ਅਸੀਂ ਹੀ ਕਰਕੇ ਸਮਾਈਲ ਹੀ ਦੇ ਰਹੇ ਹਾਂ, ਬਟ ਸਾਡੇ ਦਿਲ ਦੇ ਵਿੱਚ ਖੋਖਲਾਪਨ ਆ, ਸਾਡੇ ਦਿਲ 'ਚ ਕੋਈ ਖੁਸ਼ੀ ਨਹੀਂ ਆ। while their eyes block cold eyes block cold eyes means ਕਿ feelingless, ਜਿਨ੍ਹਾਂ ਦੇ ਵਿੱਚ ਕੋਈ ਭਾਵਨਾਵਾਂ ਹੈ ਨਹੀਂ। ਹੁਣ ਉਹ ਵਾਲੀਆਂ ਅੱਖਾਂ ਜਿਹੜੀਆਂ ਆ ਉਹ ਸਰਚ ਬਿਹਾਈਂਡ ਮਾਈ ਸ਼ੈਡੋ, ਉਹ ਕੀ ਕਰਦੀਆਂ ਆ ਕਿ ਮਨੁੱਖ ਦੀਆਂ ਨਜ਼ਰਾਂ ਜਿਹੜੀਆਂ ਉਹ ਹੁਣ ਇੱਦਾਂ ਦੀਆਂ ਹੋ ਚੁੱਕੀਆਂ ਕਿ ਉਹਨਾਂ ਦੇ ਵਿੱਚ ਕੋਈ ਭਾਵਨਾਵਾਂ ਨਹੀਂ ਆ, ਉਹ ਫੀਲਿੰਗਲੈਸ ਹੋ ਚੁੱਕੀਆਂ ਆ। ਹੁਣ ਇੱਕ ਇਨਸਾਨ ਇੱਕ ਫੋਰਮੈਲਿਟੀ ਦੇ ਲਈ ਹੀ ਇੱਕ ਦੂਸਰੇ ਨਾਲ ਕੋਈ ਵੀ ਗੱਲਬਾਤ ਕਰਦਾ ਆ ਜਾਂ ਸਿਰਫ ਇੱਕ ਮਤਲਬ ਲਈ ਹੀ ਇੱਕ ਦੂਜੇ ਨਾਲ ਹੱਸਦਾ ਖੇਡਦਾ, ਉਹਨੂੰ ਕੋਈ ਇਹ ਨਹੀਂ ਹੈ ਕਿ ਮੈਂ ਇਸ ਪਰਸਨ ਨਾਲ ਐਕਚੁਅਲ ਦੇ ਵਿੱਚ ਖੁਸ਼ ਹਾਂ, ਠੀਕ ਆ। ਫਰੈਂਡ ਸਰਕਲ ਆਪਣਾ ਇੱਦਾਂ ਦਾ ਹੁੰਦਾ ਆ, ਮੋਸਟਲੀ ਸਾਰੇ ਇੱਕ ਦੂਜੇ ਨਾਲ ਫੋਰਮੈਲਿਟੀ ਹੀ ਕ੍ਰੀਏਟ ਕਰਦੇ ਆ। ਕਹਿੰਦੇ ਅਸਲੀ ਹਾਸਾ ਜਿਹੜਾ ਉਹ ਗੁੰਮ ਹੋ ਚੁੱਕਾ, ਪਰ ਪੁਰਾਣੇ ਸਮਿਆਂ ਦੇ ਵਿੱਚ ਲੋਕ ਦਿਲਾਂ ਤੋਂ ਹੱਸਦੇ ਸੀ। ਇਸ ਪੂਰੇ ਸਟੈਂਜਾ 'ਚ ਉਹਨਾਂ ਨੇ ਇਹ ਗੱਲ ਕਹੀ ਆ। ਨਾਲ ਜੋ ਮੈਂ ਐਕਸਪਲੇਨੇਸ਼ਨ ਕਰ ਰਹੀ ਹਾਂ ਉਹ ਐਕਸਪਲੇਨੇਸ਼ਨ ਚੰਗੀ ਤਰ੍ਹਾਂ ਸਮਝ ਲਓ, ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਜਿਹੜੇ ਸਟੈਂਜਾਜ਼ ਹੁੰਦੇ ਆ ਨਾ, ਇਹਨਾਂ ਦੇ ਕੁਐਸਚਨਸ ਜਿਹੜੇ ਹੋਣਗੇ ਉਹ ਵੀ ਮੈਂ ਨਾਲ ਕਰਵਾਵਾਂਗੀ, ਠੀਕ ਹੈ। ਸੋ ਸੈਕਿੰਡ ਸਾਡਾ ਜਿਹੜਾ ਪੈਰਾ ਆ, ਸੈਕਿੰਡ ਸਟੈਂਜਾ, ਉਹ ਕੀ ਕਹਿੰਦਾ? ਕਹਿੰਦੇ ਦੇਅਰ ਵਾਜ਼ ਅ ਟਾਈਮ ਇੰਡੀਡ ਦੇ ਯੂਜ਼ ਟੂ ਸ਼ੇਕ ਹੈਂਡਸ ਵਿਦ ਦੇਅਰ ਹਾਰਟਸ ਬਟ ਦੈਟਸ ਗੋਨ ਸਨ। ਕਹਿੰਦੇ ਇੱਕ ਸਮਾਂ ਸੀ ਬੱਚੇ ਕਿ ਜਦੋਂ ਲੋਕੀ
ਆਪਣੇ ਹੱਥ ਇੱਕ ਦੂਜੇ ਨਾਲ ਜਦੋਂ ਮਿਲਾਉਂਦੇ ਸੀਗੇ ਦੂਜੇ ਇਨਸਾਨ ਨਾਲ, ਤੇ ਉਹ ਦਿਲੋਂ ਮਿਲਾਉਂਦੇ ਸੀਗੇ। ਪਰ ਕਹਿੰਦੇ ਹੁਣ ਉਹ ਸਮਾਂ ਖਤਮ ਹੋ ਚੁੱਕਾ ਆ। ਨਾਓ ਦੇ ਸ਼ੇਕ ਹੈਂਡਸ ਵਿਦਆਊਟ ਹਾਰਟਸ। ਕਹਿੰਦੇ ਅੱਜ ਦੇ ਸਮੇਂ ਵਿੱਚ ਉਹ ਕੀ ਕਰਦੇ ਨੇ, ਆਪਣੇ ਹੱਥ ਤਾਂ ਮਿਲਾ ਲੈਂਦੇ ਨੇ, ਪਰ ਉਹ ਕਿਹਦੇ ਤੋਂ ਬਿਨਾਂ ਮਿਲਾਉਂਦੇ ਨੇ, ਬਿਨਾਂ ਦਿਲ ਤੋਂ। ਉਹਨਾਂ ਦੇ ਦਿਲ ਦੇ ਵਿੱਚ ਕੁਛ ਇੱਕ ਦੂਜੇ ਲਈ ਰਿਸਪੈਕਟ ਨਹੀਂ ਹੁੰਦੀ, ਬਸ ਉੱਦਾਂ ਹੀ ਹੈਲੋ ਕਰ ਲੈਂਦੇ ਆ ਇੱਕ ਫਾਰਮੈਲਿਟੀ ਦੇ ਲਈ। ਵਾਈਲ ਦੇਅਰ ਲੈਫਟ ਹੈਂਡਸ ਸਰਚ ਮਾਈ ਐਮਟੀ ਪਾਕਟਸ। ਮਾਈ ਐਮਟੀ ਪਾਕਟਸ ਦਾ ਮਤਲਬ ਇਹ ਆ, ਕਹਿੰਦੇ ਉਹ ਜਦ ਕਿ ਇੱਕ ਹੱਥ ਨਾਲ ਹੱਥ ਮਿਲਾਉਂਦੇ ਆ ਤੇ ਖੱਬਾ ਹੱਥ ਉਹਨਾਂ ਦਾ ਮੇਰੀ ਜੇਬ ਦੇ ਵੱਲ ਹੁੰਦਾ, ਕਿ ਉਹ ਮੇਰੀ ਜੇਬ ਨੂੰ ਕਿਸ ਤਰ੍ਹਾਂ ਕਤਰ ਲੈਣ। ਮਤਲਬ ਕਿ ਇੱਥੇ ਇਹਨਾਂ ਨੇ ਥੋੜ੍ਹੀ ਗੱਲ ਘੁਮਾ ਕੇ ਲਿਖੀ ਆ, ਬਟ ਇਸ ਗੱਲ ਦਾ ਡਾਇਰੈਕਟ ਮੀਨਿੰਗ ਇਹੀ ਆ ਕਿ ਅੱਜ ਦੇ ਸਮੇਂ ਵਿੱਚ ਹੋ ਕੀ ਰਿਹਾ ਕਿ ਜਦੋਂ ਮੈਂ ਕਿਸੇ ਨਾਲ ਹੱਥ ਮਿਲਾਉਣਾ ਤਾਂ ਮੇਰਾ ਕਿਤੇ ਨਾ ਕਿਤੇ ਮਤਲਬ ਹੁੰਦਾ ਅਗਲੇ ਨਾਲ ਹੱਥ ਮਿਲਾਉਣ ਦਾ। ਠੀਕ ਹੈ, ਕਿ ਮੈਨੂੰ ਉਹਦੇ ਨਾਲ ਹੈਂਡਸ਼ੇਕ ਕਰਨ ਦਾ ਕੋਈ, ਮੈਨੂੰ ਬਦਲੇ 'ਚ ਉਹਦੇ ਤੋਂ ਕੋਈ ਚੀਜ਼ ਚਾਹੀਦੀ, ਅਗਲੇ ਤੋਂ ਕੋਈ ਕੰਮ ਕਰਾਉਣਾ ਮੈਂ। ਠੀਕ ਹੈ, ਕੋਈ ਵੀ ਇਨਸਾਨ ਕਹਿੰਦੇ ਅੱਜ ਦੇ ਟਾਈਮ 'ਚ ਕਿਸੇ ਨੂੰ ਇੱਕ ਸੱਚੇ ਮਨ ਤੋਂ, ਇੱਕ ਖੁਸ਼ੀ ਦੇ ਮਨ ਤੋਂ ਨਹੀਂ ਬੁਲਾਉਂਦਾ, ਬਸ ਉਹ ਓਪਰੇ ਮਨੋਂ ਬੁਲਾਉਂਦਾ ਆਪਣੇ ਕੰਮ ਕਰਵਾਉਣ ਲਈ। ਥਰਡ ਹੈ ਪੈਰਾ ਸਾਡਾ, ਫੀਲ ਐਟ ਹੋਮ ਕਮ ਅਗੇਨ ਦੇ ਸੇ ਐਂਡ ਵੈਨ ਆਈ ਕਮ ਅਗੇਨ ਐਂਡ ਫੀਲ ਐਟ ਹੋਮ once twice ਹੁੰਦਾ 2 ਵਾਰੀ, there will be no thrice। ਜਿੱਦਾਂ once ਆ 1 ਵਾਰੀ, twice ਆ 2 ਵਾਰੀ, thrice ਆ 3 ਵਾਰੀ। for then I find the doors shut on me। ਕਹਿੰਦੇ ਪਹਿਲਾਂ ਤਾਂ ਇੱਦਾਂ ਹੁੰਦਾ, ਉਹ ਬਹੁਤ ਖਿੜੇ ਮਨ ਨੂੰ ਸਾਨੂੰ ਕਹਿੰਦੇ ਹਾਂਜੀ ਵਧੀਆ ਠੀਕ ਆ, ਤੁਸੀਂ ਆ ਗਏ ਬਹੁਤ ਵਧੀਆ, ਅਸੀਂ ਖੁਸ਼ ਹਾਂ। ਤੇ ਉਹ ਸਾਨੂੰ ਜਦੋਂ ਅਸੀਂ ਤੁਰੇ ਜਾਂਦੇ ਹਾਂ, ਜਦੋਂ ਅਸੀਂ ਵਾਪਸ ਜਾਣ ਲੱਗਦੇ ਹਾਂ ਤਾਂ ਸਾਨੂੰ ਕਹਿੰਦੇ ਆ ਦੁਬਾਰਾ ਜ਼ਰੂਰ ਆਇਓ। ਯਾਨੀ ਕਿ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਉਹ ਸਾਨੂੰ ਕਹਿੰਦੇ ਨੇ ਕਿ ਦੁਬਾਰਾ ਜ਼ਰੂਰ ਆਇਓ। ਜਦੋਂ ਕਹਿੰਦੇ ਅਸੀਂ 1 ਵਾਰੀ ਜਾਂਦੇ ਹਾਂ ਤਾਂ ਵੀ ਠੀਕ ਆ, 2ਜੀ ਵਾਰੀ ਜਾਂਦੇ ਹਾਂ ਤਾਂ ਵੀ ਠੀਕ ਆ, ਪਰ 3ਜੀ ਵਾਰੀ ਕੀ ਹੁੰਦਾ, ਸਾਡੇ ਲਈ ਦਰਵਾਜ਼ੇ ਬੰਦ ਸਾਨੂੰ ਦੇਖਣ ਨੂੰ ਮਿਲਦੇ ਆ। ਇੱਥੇ ਵੀ ਗੱਲ ਥੋੜ੍ਹੀ ਜਿਹੀ ਘੁਮਾ ਕੇ ਕਹੀਏ, ਕਿਉਂਕਿ ਬੇਸਿਕਲੀ ਪੋਇਟਸ ਜਿਹੜੇ ਹੁੰਦੇ ਨੇ ਥੋੜ੍ਹਾ ਜਿਹਾ ਗੱਲ ਨੂੰ ਘੁਮਾ ਕੇ ਹੀ ਕਹਿੰਦੇ ਹੁੰਦੇ ਆ। ਹਰ ਇੱਕ ਪੋਇਮ ਦਾ ਇੱਕ ਹਿਡਨ ਮੀਨਿੰਗ ਇੱਦਾਂ ਹੁੰਦਾ ਕਿ ਸਾਨੂੰ ਆਪਣੀ ਥਿੰਕਿੰਗ ਦੇ ਨਾਲ ਇਹਨੂੰ ਡੀਪਲੀ ਸਮਝਣਾ ਪੈਂਦਾ। ਸੋ ਇਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਆ, ਜਿੱਦਾਂ ਆਪਣੇ ਪੰਜਾਬੀ ਦੀ ਇੱਕ ਕਹਾਵਤ ਹੁੰਦੀ ਆ, ਪਹਿਲੇ ਦਿਨ ਪ੍ਰਾਹੁਣਾ, ਦੂਜੇ ਦਿਨ ਧਰਾਉਣਾ, ਤੀਜੇ ਦਿਨ ਦਾਦੇ ਮਕਾਉਣਾ। ਭਾਵ ਅਰਥ ਕਿ ਸਾਨੂੰ 1-2 ਵਾਰੀ ਜਦੋਂ ਅਸੀਂ ਕਿਸੇ ਦੇ ਐਜ਼ ਆ ਗੈਸਟ ਜਾਂਦੇ, ਸਾਡੀ ਤਾਂ ਬੜੀ ਆਓ ਭਗਤ ਹੁੰਦੀ, ਬੜੀ ਸੇਵਾ ਹੁੰਦੀ ਆ। ਜਦੋਂ 3-4 ਵਾਰੀ ਜਾਂਦੇ ਹਾਂ ਫਿਰ ਅਗਲਾ ਬਹੁਤ ਜ਼ਿਆਦਾ ਫੈਮੀਲੀਅਰ ਜਿਹਾ ਹੋ ਜਾਂਦਾ, ਅਗਲਾ ਸਾਨੂੰ ਕੁਝ ਸਮਝਦਾ ਹੀ ਨਹੀਂ, ਉਹ ਸਾਡੇ ਨਾਲ ਬਿਹੇਵ ਇੱਦਾਂ ਕਰਨ ਲੱਗ ਜਾਂਦੇ, ਫੇਰ ਆ ਗਿਆ। ਮੀਨਸ ਟੂ ਸੇ ਕਿਸੇ ਦੇ ਘਰ ਜਾਣਾ ਵੀ ਉਨਾ ਕੀ ਚਾਹੀਦਾ ਐਜ਼ ਅ ਗੈਸਟ ਬਣ ਕੇ, ਜਿੰਨਾ ਕੁ ਸੋਭਦਾ ਹੋਵੇ, ਜਿੰਨਾ ਕੁ ਸਹੀ ਲੱਗਦਾ ਹੋਵੇ। ਠੀਕ ਆ, ਇਹ ਜਿਹੜੀ ਪੋਇਮ ਆ ਇਹ ਅੱਜ ਦੇ ਬਦਲਦੇ ਹੋਏ ਹਿਊਮਨ ਨੇਚਰ ਨੂੰ ਦੱਸਦੀ ਆ ਕਿ ਹੁਣ ਮਨੁੱਖ ਇੱਦਾਂ ਦਾ ਹੋ ਰਿਹਾ ਆ ਕਿ ਜਿਹੜਾ 3ਜੇ ਦਿਨ ਡੋਰ ਸ਼ਟ ਕਰ ਦਿੰਦਾ ਸਾਡੇ ਲਈ। 4th ਹੈ ਜੀ ਪੈਰਾ, ਸੋ ਆਈ ਹੈਵ ਲਰਨਡ ਮੈਨੀ ਥਿੰਗਸ ਸਨ। ਕਹਿੰਦਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬੇਟਾ ਮੈਂ ਬਹੁਤ ਕੁਝ ਸਿੱਖ ਚੁੱਕਾ। ਓਬਵੀਅਸਲੀ ਅੱਜ ਦੇ ਟਾਈਮ ਦੇ ਵਿੱਚ ਇੱਦਾਂ ਦੀਆਂ ਹਾਲਾਤਾਂ 'ਚ ਹਰ ਇੱਕ ਇਨਸਾਨ ਸਿੱਖ ਚੁੱਕਾ। ਕੀ ਸਿੱਖ ਚੁੱਕਾ? ਉਹ ਸਿੱਖ ਚੁੱਕਾ ਆ I have learned to wear my many faces like dresses, home face। ਕਹਿੰਦਾ ਕਿ ਮੈਂ ਬੜੇ ਤਰ੍ਹਾਂ ਦੇ ਫੇਸ ਜਿਹੜੇ ਆ ਆਪਣੇ ਫੇਸ ਦੇ ਉੱਤੇ ਲਗਾਉਣਾ ਸਿੱਖ ਲਿਆ। ਮਤਲਬ ਬਹੁਤ ਫੇਸਿਸ ਵੇਅਰ ਕਰਨੇ ਸਿੱਖ ਲਏ। ਭਾਵ ਅਰਥ ਕਿ ਮੈਂ ਬਹੁਤ ਆਪਣੇ ਆਪ ਨੂੰ ਮੈਂ ਵੀ ਦੁਨੀਆ ਦੇ ਅਕੋਰਡਿੰਗ ਬਦਲ ਲੈਣਾ। ਜੇ ਮੈਂ ਘਰ ਦੇ ਵਿੱਚ ਆ ਤਾਂ ਮੈਂ ਇੱਕ ਹੋਮ ਦੀ ਡਰੈਸ ਦੀ ਤਰ੍ਹਾਂ ਆਪਣਾ ਫੇਸ ਕ੍ਰੀਏਟ ਕਰ ਲੈਣਾ ਵੀ ਹਾਂ ਮੈਂ ਖੁਸ਼ ਹਾਂ, ਚਿਲ ਮੂਡ 'ਚ ਹਾਂ, ਹੈਪੀ ਹਾਂ। ਜੇ ਕਹਿੰਦਾ ਮੈਂ ਆਫਿਸ ਫੇਸ ਦੇ ਵਿੱਚ ਹਾਂ, ਜੇ ਮੈਂ ਆਫਿਸ 'ਚ ਹਾਂ ਤਾਂ ਮੈਂ ਆਫਿਸ ਫੇਸ ਯੂਜ਼ ਕਰਦਾ, ਗਲੀ 'ਚ ਖੜਾ ਹੈ ਤਾਂ ਮੈਂ ਸਟਰੀਟ ਫੇਸ ਯੂਜ਼ ਕਰਦਾ, ਹੋਸਟ ਆ ਕਿਸੇ ਦੀ ਹੋਸਟ ਹੁੰਦਾ ਲਾਈਕ ਕਿਸੇ ਨੂੰ ਘਰ ਆਏ ਨੂੰ ਘਰੇ ਰੱਖਣਾ, ਮੇਜ਼ਬਾਨੀ ਕਰਨੀ। ਠੀਕ ਆ, ਇੱਕ ਹੁੰਦਾ ਮਹਿਮਾਨ ਨਵਾਜੀ, ਮੇਜ਼ਬਾਨੀ। ਕਹਿੰਦੇ ਉਹ ਹੋਸਟ ਬਣਨਾ, ਉਹ ਮੈਂ ਆਪਣਾ ਅਲੱਗ ਫੇਸ ਰੱਖਿਆ ਹੋਇਆ। ਕਾਕਟੇਲ ਫੇਸ ਮਤਲਬ ਪਾਰਟੀ ਦੇ ਵਿੱਚ ਮੇਰਾ ਅਲੱਗ ਫੇਸ ਆ। ਵਿਦ ਆਲ ਦੇਅਰ ਕੰਫਰਮਿੰਗ ਸਮਾਈਲਸ। ਕਹਿੰਦੇ ਸਾਰੇ ਫੇਸ ਉਸ ਕਰਕੇ ਆ ਇੱਦਾਂ ਦੇ ਕਿ ਜਿੱਦਾਂ ਦੇ ਦੂਜਿਆਂ ਨੂੰ ਕਨਫਰਮ, ਜਿੱਦਾਂ ਦੇ ਲੋਕਾਂ ਨੂੰ ਚੰਗੀਆਂ ਲੱਗਦੀਆਂ, ਉਹਨਾਂ ਨੂੰ ਲੋਕਾਂ ਨੂੰ ਦੇਖਣ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ, ਉਸ ਹਿਸਾਬ ਦੀਆਂ ਮੈਂ ਵੀ ਸਮਾਈਲਸ ਦੇ ਨਾਲ ਇੱਕ ਫੇਸ ਰੱਖ ਲਿਆ, ਜਿਹਦੇ ਉੱਤੇ ਇੱਕ ਪੱਕੇ ਤਰੀਕੇ ਨਾਲ ਇੱਕ ਕਨਫਰਮਡ ਸਮਾਈਲ ਆ, ਲਾਈਕ ਅ ਫਿਕਸਡ ਪੋਰਟਰੇਟ ਸਮਾਈਲ। ਜਿੱਦਾਂ ਕਿ ਇੱਕ ਤਸਵੀਰ ਦੇ ਵਿੱਚ ਇੱਕ ਫੋਟੋ 'ਚ ਸਾਡੀ ਇੱਕ ਸਿਰਫ ਸਮਾਈਲ ਹੀ ਨਹੀਂ ਨਜ਼ਰ ਆਉਂਦੀ ਹੁੰਦੀ, ਇੱਕ
ਫਿਕਸ ਸਮਾਈਲ ਨਜ਼ਰ ਆਉਂਦੀ ਕਿ ਉਹ ਫੋਟੋ ਤੇ ਸਾਡੀ ਸਮਾਈਲ ਹਿੱਲ ਨਹੀਂ ਸਕਦੀ, ਉੱਦਾਂ ਹੀ ਰਹਿੰਦੀ ਆ। ਉਸੇ ਹੀ ਤਰ੍ਹਾਂ ਕਹਿੰਦਾ ਮੈਂ ਵੀ ਆਪਣੇ ਚਿਹਰਿਆਂ ਤੇ ਸਮਾਈਲ ਰੱਖਣੀ ਸਿੱਖ ਗਿਆ ਆ। ਨੈਕਸਟ ਆ ਐਂਡ ਆਈ ਹੈਵ ਲਰਨਡ ਟੂ ਲਾਫ ਵਿਦ ਓਨਲੀ ਮਾਈ ਟੀਥ। ਕਹਿੰਦਾ ਸਭ ਤੋਂ ਵੱਡੀ ਗੱਲ ਆ ਮੈਂ ਇਹ ਵੀ ਸਿੱਖ ਗਿਆ ਕਿ ਮੈਂ ਸਿਰਫ ਆਪਣੇ ਦੰਦਾਂ ਨਾਲ ਹੱਸਣਾ। ਐਂਡ ਸ਼ੇਕ ਹੈਂਡਸ ਵਿਦਾਊਟ ਮਾਈ ਹਾਰਟ। ਤੇ ਆਪਣੇ ਹੱਥ ਨੂੰ ਜਦੋਂ ਕਿਸੇ ਨਾਲ ਹੈਲੋ ਕਰਨੀ ਆ ਤਾਂ ਸਿਰਫ ਦਿਲ ਨਾਲ ਨਹੀਂ ਕਰਨੀ, ਓਪਰੇ ਮਨੋਂ ਦੰਦਾਂ ਨਾਲ ਸਮਾਈਲ ਕਰਕੇ ਹੈਂਡ ਸ਼ੇਕ ਕਰਨਾ। ਆਈ ਹੈਵ ਆਲਸੋ ਲਰਨਡ ਟੂ ਸੇ ਗੁੱਡ ਬਾਏ। ਕਹਿੰਦਾ ਮੈਂ ਗੁੱਡ ਬਾਏ ਵੀ ਕਹਿਣਾ ਸਿੱਖ ਲਿਆ। ਕਦੋਂ? ਵੈਨ ਆਈ ਮੀਨ ਗੁੱਡ ਰਿਡੈਂਸ। ਕਹਿੰਦੇ ਗੁੱਡ ਰਿਡੈਂਸ ਦਾ ਮਤਲਬ ਹੁੰਦਾ, ਰਿਡੈਂਸ ਮਤਲਬ ਰਿਲੀਫ ਮਿਲਣਾ, ਠਰਮਾ ਜਿਹਾ ਮਿਲਣਾ, ਠੰਡਕ ਜਿਹੀ ਮਿਲਣੀ। ਕਹਿੰਦੇ ਮੈਂ ਗੁੱਡ ਬਾਏ ਵੀ ਇੱਦਾਂ ਕਹਿਣਾ ਸਿੱਖ ਲਿਆ ਕਿ ਜਿੱਦਾਂ ਮੈਨੂੰ ਇਹ ਫੀਲ ਹੋਵੇ ਵੀ ਚੱਲ ਸ਼ੁਕਰ ਆ ਚਲੇ ਗਏ, ਓਕੇ ਬਾਏ ਬਾਏ ਆਪਾਂ ਕਰੀ ਤਾਂ ਨਹੀਂ, ਚਲੋ ਗੈਸਟ ਚਲੇ ਗਏ, ਚੰਗਾ ਹੋਇਆ, ਰਾਹਤ ਮਿਲੀ, ਠੀਕ ਆ। ਮੈਂ ਉਸ ਤਰੀਕੇ ਨਾਲ ਕਹਿੰਦਾ ਮੈਂ ਗੁੱਡ ਬਾਏ ਕਹਿਣੀ ਵੀ ਸਿੱਖ ਲਈ ਆ। ਟੂ ਸੇ ਗਲੈਡ ਟੂ ਮੀਟ ਯੂ ਵਿਦਾਊਟ ਬੀਂਗ ਗਲੈਡ। ਕਹਿੰਦੇ ਮੈਂ ਬਿਨਾਂ ਖੁਸ਼ ਹੋਇਆ, ਗਲੈਡ ਹੁੰਦਾ ਖੁਸ਼, ਬਿਨਾਂ ਗਲੈਡ ਹੋਇਆਂ ਤੋਂ ਮੈਂ ਇਹ ਕਹਿਣਾ ਵੀ ਸਿੱਖ ਲਿਆ ਕਿ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਮੈਨੂੰ। ਗਲੈਡ ਟੂ ਮੀਟ ਯੂ ਦਾ ਕੀ ਮਤਲਬ ਆ ਕਿ ਤੁਹਾਡੇ ਨਾਲ ਮਿਲ ਕੇ ਮੈਨੂੰ ਬੜੀ ਹੀ ਖੁਸ਼ੀ ਹੋਈ। ਕਹਿੰਦੇ ਮੈਂ ਇਹ ਵਾਲੇ ਵਰਡਸ ਵੀ ਸਿੱਖ ਲਿਆ, ਭਾਵੇਂ ਕਿ ਮੈਂ ਖੁਸ਼ ਨਹੀਂ ਵੀ ਆ ਫਿਰ ਵੀ ਮੈਂ ਇਹ ਕਹਿਣਾ ਸਿੱਖ ਲਿਆ। ਐਂਡ ਟੂ ਸੇ ਇਟਸ ਬੀਨ ਨਾਈਸ ਟਾਕਿੰਗ ਟੂ ਯੂ ਆਫਟਰ ਬੀਇੰਗ ਬੋਰਡ। ਕਹਿੰਦੇ ਬਹੁਤ ਸਾਰਾ ਬੋਰ ਵੀ ਹੋ ਜਾਵਾਂ ਨਾ ਮੈਂ, ਚਾਹੇ ਕਿਸੇ ਦੀਆਂ ਗੱਲਾਂ ਸੁਣ ਕੇ, ਫਿਰ ਵੀ ਮੈਂ ਇਹ ਕਹਿਣਾ ਸਿੱਖ ਲਿਆ ਕਿ ਤੁਹਾਡੇ ਨਾਲ ਗੱਲ ਕਰਨਾ ਤਾਂ ਮੈਨੂੰ ਬਹੁਤ ਚੰਗਾ ਲੱਗਾ, ਬੜਾ ਨਾਈਸ ਲੱਗਾ ਮੈਨੂੰ ਤੁਹਾਡੇ ਨਾਲ ਟਾਕ ਕਰਨਾ। ਸੋ ਇਹ ਜਿਹੜੀ ਪੋਇਮ ਆ ਇਹ ਸਾਨੂੰ ਹਰ ਪੈਰਾ ਦੇ ਵਿੱਚ, ਹਰ ਸਟੈਂਜਾ ਦੇ ਵਿੱਚ ਇਹੀ ਦੱਸ ਰਹੀ ਆ ਕਿ ਕਿਸ ਤਰ੍ਹਾਂ ਮਨੁੱਖ ਜਿਹੜਾ ਉਹ ਬਦਲ ਰਿਹਾ ਆ, ਕਿੱਦਾਂ ਇਨਸਾਨ ਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ। 6th ਸੁਣੋ ਪੈਰਾ ਕੀ ਕਹਿੰਦਾ। ਬਟ ਬਿਲੀਵ ਮੀ ਸਨ I want to be what I used to be when I was like you। ਕਹਿੰਦੇ ਕਿ ਉਹ ਕਹਿ ਰਿਹਾ ਆਪਣੇ ਪੁੱਤਰ ਨੂੰ, ਹੇ ਪੁੱਤਰ ਮੇਰੀ ਗੱਲ ਤੇ ਯਕੀਨ ਕਰ ਕਿ ਮੈਂ ਉੱਦਾਂ ਬਣਨਾ ਚਾਹੁੰਦਾ ਜਿੱਦਾਂ ਮੈਂ ਯੂਜ਼ਡ ਟੂ ਬੀ ਸੀ, ਜਿੱਦਾਂ ਮੈਂ ਸੀਗਾ, ਜਿੱਦਾਂ ਮੈਂ ਪਹਿਲਾਂ ਸੀ। ਐਕਚੁਅਲ ਦੇ ਵਿੱਚ ਜਿੱਦਾਂ ਮੈਂ ਦੰਦਾਂ ਨਾਲ ਹੱਸਣ ਦੀ ਬਜਾਏ ਮੈਂ ਦਿਲ ਤੋਂ ਹੱਸਦਾ ਸੀ, ਮੈਂ ਖੁਸ਼ੀ ਨਾਲ ਕਿਸੇ ਨੂੰ ਬੁਲਾਉਂਦਾ ਸੀ, ਮੈਂ ਐਗਜ਼ੈਕਟ ਉੱਦਾਂ ਹੀ ਹੋਣਾ ਚਾਹੁੰਦਾ ਆ ਜਿੱਦਾਂ ਕਿ ਇਸ ਟਾਈਮ 'ਤੇ ਤੂੰ ਆ। ਕਿਉਂਕਿ ਬੱਚਾ ਜਿਹੜਾ ਛੋਟਾ ਆ ਉਹਦੇ ਦਿਲ 'ਚ ਕਿਸੇ ਲਈ ਮਨ ਮੁਟਾਵ ਨਹੀਂ ਹੁੰਦਾ, ਉਹ ਕੋਈ ਵੈਰ ਨਹੀਂ ਹੁੰਦਾ, ਉਹ ਖੁਸ਼ ਹੁੰਦਾ ਹਮੇਸ਼ਾ। ਉਹਦੇ ਦਿਲ 'ਚ ਜੋ ਆ ਉਹੀ ਉਹਦੇ ਫੇਸ 'ਤੇ ਆ ਬੱਚੇ ਦੇ। ਤੁਸੀਂ ਓਬਜ਼ਰਵ ਕੀਤਾ ਹੋਣਾ ਬਹੁਤ ਸਾਰੇ ਬੱਚਿਆਂ ਨੂੰ ਆਪਾਂ ਕਹਿੰਦੇ ਹਾਂ ਹੈਲੋ ਕਹਿ, ਸਮ ਟਾਈਮ ਸਾਨੂੰ ਹੈਲੋ ਨਹੀਂ ਕਹਿੰਦੇ ਅਤੇ ਅਸੀਂ ਉਹਨੂੰ ਕਹਿੰਦੇ ਹਾਂ ਇਹਨੇ ਹੈਲੋ ਨਹੀਂ ਕੀਤੀ, ਉਹ ਸੋਰੀ। ਪੇਰੈਂਟਸ ਬੇਸਿਕਲੀ ਕਹਿੰਦੇ ਆ ਇਹਨੇ ਹੈਲੋ ਨਹੀਂ ਕੀਤੀ ਸੋ ਸੋਰੀ। ਐਕਚੁਅਲ ਦੇ ਵਿੱਚ ਉਹ ਬੱਚੇ ਦੇ ਮਨ 'ਤੇ ਉਸ ਟਾਈਮ 'ਤੇ ਹੈਲੋ ਕਰਨ ਦਾ ਮਨ ਨਹੀਂ ਹੁੰਦਾ, ਇਸ ਲਈ ਉਹ ਹੈਲੋ ਕਰਦਾ ਹੀ ਨਹੀਂ। ਸੋ ਉਹਦੇ ਫੇਸ 'ਤੇ ਜੋ ਉਹ ਐਕਚੁਅਲ 'ਚ ਸੋਚਦਾ ਉਹ ਉਹੀ ਕਰਦਾ। ਇਸ ਕਰਕੇ ਇੱਥੇ ਪੋਇਟ ਵੀ ਇਹੀ ਕਹਿੰਦਾ ਕਿ ਜਿੱਦਾਂ ਦਾ ਤੂੰ ਆ ਬੱਚੇ ਉੱਦਾਂ ਦਾ ਹੀ ਮੈਂ ਹੋਣਾ ਚਾਹੁੰਦਾ ਆ, ਵੀ ਮੇਰੇ ਫੇਸ 'ਤੇ ਵੀ ਉਹੀ ਹੋਵੇ ਜੋ ਮੇਰੇ ਦਿਲ 'ਚ ਆ। I want to unlearn all these muting things। unlearn ਮਤਲਬ ਨਾ ਸਿੱਖਣੀਆਂ। muting things ਦਾ ਮਤਲਬ ਕੀ ਹੁੰਦਾ? muting things ਉਹ ਚੀਜ਼ਾਂ ਜਿਹੜੀਆਂ ਚੀਜ਼ਾਂ ਮਨੁੱਖ ਦੇ ਸੁਭਾਅ ਨੂੰ ਬਦਲਦੀਆਂ ਆ, ਠੀਕ ਆ, ਚੰਗੇ ਸੁਭਾਅ ਨੂੰ ਬੁਰੇ ਸੁਭਾਅ 'ਚ ਬਦਲਦੀਆਂ, ਉਹਨੂੰ ਕਹਿੰਦੇ muting things। ਕਹਿੰਦੇ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਭੁਲਾਉਣਾ ਚਾਹੁੰਦਾ ਆਪਣੇ ਮਾਈਂਡ 'ਚੋਂ ਜਿਹੜੀਆਂ ਕਿ muting things ਆ। most of all I want to relearn how to laugh, for my laugh in the mirror shows only my teeth like a snake's bare fangs। okay, ਕਹਿੰਦੇ most of all ਕਹਿੰਦੇ ਸਭ ਤੋਂ ਜ਼ਿਆਦਾ ਮੈਂ ਰੀਲਰਨ ਕਰਨਾ ਚਾਹੁੰਦਾ। ਰੀਲਰਨ ਮਤਲਬ ਫਿਰ ਤੋਂ ਯਾਦ ਕਰਨਾ ਚਾਹੁੰਦਾ ਕਿਸ ਚੀਜ਼ ਨੂੰ? ਕਿ ਹਾਊ ਟੂ ਲਾਫ, ਕਿ ਕਿਵੇਂ ਹੱਸਿਆ ਜਾਂਦਾ ਹੈ। ਕਹਿੰਦੇ ਫॉर ਮਾਈ ਲਾਫ ਇਨ ਦਾ ਮਿਰਰ। ਕਹਿੰਦੇ ਜਿੱਦਾਂ ਮੈਂ ਹੱਸਦਾ ਆ ਨਾ, ਮੈਂ ਆਪਣੇ ਆਪ ਨੂੰ ਚਿਹਰੇ ਦੇ ਵਿੱਚ ਜਦੋਂ ਹੱਸਦਾ, ਆਪਣੇ ਚਿਹਰੇ ਨੂੰ ਮੈਂ ਜਦੋਂ ਮਿਰਰ ਦੇ ਵਿੱਚ ਹੱਸਦਾ ਦੇਖਦਾ ਆ, ਸ਼ੀਸ਼ੇ 'ਚ ਜਦੋਂ ਮੈਂ ਹੱਸਦਾ ਦੇਖਦਾ ਤਾਂ ਕਹਿੰਦੇ ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਜਿੱਦਾਂ ਕਿ ਸਨੇਕ ਦੀਆਂ ਬੇਅਰ ਫੈਂਗਸ ਹੋਣ, ਜਿੱਦਾਂ ਕਿ ਸੱਪ ਦੇ ਮੋਰਲੇ ਜਿਹੜੇ ਦੰਦ ਹੁੰਦੇ ਨਾ ਅਤੇ ਉਹਨੇ ਮੂੰਹ ਖੋਲ੍ਹ ਕੇ ਉਹ ਆਪਣੇ ਫਨ ਜਿਹਨੂੰ ਕੱਢ ਕੇ ਉਹ ਦਿਖਾਇਆ ਆ। ਕਹਿੰਦੇ ਮੈਂ ਸੱਪ ਦੇ ਚਿਹਰੇ ਦੀ ਤਰ੍ਹਾਂ ਮੇਰਾ ਚਿਹਰਾ ਲੱਗਦਾ ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦਾ। ਸੋ ਸ਼ੋ ਮੀ ਸਨ ਹਾਊ ਟੂ ਲਾਫ, ਸ਼ੋ ਮੀ ਹਾਊ ਆਈ ਯੂਜ਼ਡ ਟੂ ਲਾਫ ਐਂਡ ਸਮਾਈਲ once again or once upon a time when I was like you। ਕਹਿੰਦੇ ਆਪਣੇ ਬੱਚੇ ਨੂੰ ਕਹਿੰਦੇ ਆ
ਰਾਈਟਰ ਆਪਣੇ ਪੁੱਤਰ ਨੂੰ ਕਹਿੰਦਾ ਕਿ ਹੇ ਪੁੱਤਰ ਮੈਨੂੰ ਸਿਖਾ ਕਿ ਮੈਂ ਕਿੱਦਾਂ ਹੱਸਾਂ, ਮੈਂ ਕਿੱਦਾਂ ਖੁਸ਼ ਹੋਵਾਂ, ਮੈਂ ਕਿੱਦਾਂ ਸਮਾਈਲ ਕਰਾਂ ਜਿੱਦਾਂ ਮੈਂ ਜਦੋਂ ਤੇਰੇ ਵਰਗਾ ਸੀ ਜਿੱਦਾਂ ਮੈਂ ਉਦੋਂ ਸਮਾਈਲ ਕਰਦਾ ਸੀ ਬਿਨਾਂ ਕਿਸੇ ਡਰ ਤੋਂ, ਇੱਕ ਰਿਐਲਿਟੀ ਨਾਲ, ਇੱਕ ਸੱਚਾਈ ਨਾਲ, ਇੱਕ ਖੁਸ਼ੀ ਨਾਲ, ਇੱਕ ਪਿਆਰ ਨਾਲ, ਇੱਕ ਦਿਲੋਂ। ਮੈਨੂੰ ਇਹ ਚੀਜ਼ ਸਿਖਾ ਕਿ ਮੈਂ ਕਿੱਦਾਂ ਖੁਸ਼ ਹੋਵਾਂ। ਠੀਕ ਹੈ। ਵੰਸ ਕਹਿੰਦਾ ਮੈਂ ਉਸੇ ਸਮੇਂ ਨੂੰ ਦੁਬਾਰਾ ਜੀਣਾ ਚਾਹੁੰਦਾ ਜਿੱਦਾਂ ਕਿ ਜਦੋਂ ਮੈਂ ਤੇਰੀ ਤਰ੍ਹਾਂ ਸੀਗਾ। ਵੰਸ ਅਪਨ ਅ ਟਾਈਮ ਵੈਨ ਆਈ ਵਾਜ਼ ਲਾਈਕ ਯੂ। ਮੈਂ ਐਗਜ਼ੈਕਟ ਉੱਦਾਂ ਹੀ ਦੁਬਾਰਾ ਬਣਨਾ ਚਾਹੁੰਦਾ ਹਾਂ। ਸੋ ਇਹ ਸੀ ਸਾਡੀ ਪੋਇਮ। ਹੁਣ ਅਸੀਂ ਕਰਦੇ ਹਾਂ ਇਹਦੇ ਸਟੈਂਜਾਸ। ਸਾਨੂੰ ਇੱਦਾਂ ਲਾਈਨਸ ਦਿੱਤੀਆਂ ਹੁੰਦੀਆਂ, ਉਹਨਾਂ ਦੇ ਵਿੱਚੋਂ ਸਾਨੂੰ ਕੁਐਸਚਨਸ ਦਿੱਤੇ ਹੁੰਦੇ ਆ, ਅਸੀਂ ਉਹਨਾਂ ਕੁਐਸਚਨਸ ਨੂੰ ਫਾਈਂਡ ਕਰਨਾ ਹੁੰਦਾ, ਰਾਈਟ। ਸੋ ਅਸੀਂ ਉਹਦੇ ਅਕੋਰਡਿੰਗ ਹੁਣ ਸਟੈਂਜਾ ਕਰਦੇ ਹਾਂ। ਤੇ ਫਸਟ ਕੁਐਸਚਨ ਆਪਣਾ ਕੀ ਕਹਿੰਦਾ ਆ? ਫਸਟ ਕੁਐਸਚਨ ਕਹਿੰਦਾ ਆ, ਹਾਊ ਡਿਡ ਦਾ ਪੀਪਲ ਲਾਫ ਇਨ ਓਲਡਨ ਡੇਜ਼, ਹਾਊ ਡੂ ਦੇ ਲਾਫ ਨਾਓ। ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਲੋਕੀ ਕਿੱਦਾਂ ਹੱਸਦੇ ਹੁੰਦੇ ਸੀ ਤੇ ਹੁਣ ਉਹ ਕਿੱਦਾਂ ਹੱਸਦੇ ਆ। ਪੁਰਾਣੇ ਸਮਿਆਂ ਦੇ ਵਿੱਚ ਹਾਸਾ ਕੀ ਹੁੰਦਾ ਸੀਗਾ? ਨੈਚੁਰਲ ਹੁੰਦਾ ਸੀਗਾ, ਸਿੰਸੈਰਿਟੀ ਵਾਲਾ ਹੁੰਦਾ ਸੀਗਾ। ਤੇ ਉਹਨਾਂ ਦੇ ਹੁਣ ਦੇ ਸਮੇਂ ਦੇ ਵਿੱਚ ਕੀ ਆ ਕਿ ਉਹ ਰੀਅਲ ਨਹੀਂ ਹੈਗਾ। ਉਹ ਕੀ ਆ, ਇੱਕ ਮਤਲਬ ਦਿਲ ਤੋਂ ਨਹੀਂ ਹੱਸਦੇ ਆ, ਉਹ ਓਪਰੇ ਮਨੋਂ ਹੱਸਦੇ ਆ। ਸੋ ਅਸੀਂ ਆਨਸਰ ਕਿੱਦਾਂ ਲਿਖ ਸਕਦੇ ਹਾਂ? ਪਹਿਲਾਂ ਕੁਐਸਚਨ ਦੇਖੋ, ਉਹਨਾਂ ਨੇ ਕਿਹਾ ਹਾਊ। ਹਾਊ ਮਤਲਬ ਕਿਵੇਂ, ਠੀਕ ਹੈ। ਹਾਊ ਡਿਡ। ਜਦੋਂ ਵੀ ਕੋਈ ਕੁਐਸਚਨ ਕਰਨਾ ਨਾ, ਟਿਪਿਆ ਹੈ, ਧਿਆਨ ਨਾਲ ਸਮਝ ਲਓ ਇਸ ਚੀਜ਼ ਨੂੰ। ਜਦੋਂ ਵੀ ਕੋਈ ਕੁਐਸਚਨ ਕਰਨਾ ਆ, ਕੁਐਸਚਨ ਦੇ ਆਨਸਰ ਨੂੰ ਕਰਨ ਤੋਂ ਪਹਿਲਾਂ ਕੁਐਸਚਨ ਦੀ ਡਿਮਾਂਡ ਸੁਣੋ। ਕੁਐਸਚਨ ਹਾਊ 'ਚ ਲਿਖਿਆ, ਵਟ 'ਚ ਲਿਖਿਆ, ਵਿਚ ਦੇ ਵਿੱਚ ਸਟਾਰਟ ਹੋ ਰਿਹਾ, ਠੀਕ ਹੈ, ਜਾਂ ਵਾਈ ਕਹਿ ਰਿਹਾ ਆ। ਇਹ ਚੀਜ਼ਾਂ ਤੋਂ ਸਾਨੂੰ ਪਤਾ ਲੱਗਣਾ ਸੀ ਆਨਸਰ ਲਿਖਣਾ ਕਿੱਦਾਂ। ਇੱਥੇ ਕਹਿ ਰਿਹਾ ਹਾਊ ਮਤਲਬ ਕਿਵੇਂ। ਹਾਊ ਡਿਡ ਦਾ ਪੀਪਲ ਲਾਫ ਇਨ ਓਲਡਨ ਡੇਜ਼। ਪੁਰਾਣੇ ਸਮਿਆਂ ਦੇ ਵਿੱਚ ਲੋਕ ਕਿੱਦਾਂ ਹੱਸਦੇ ਸੀ। ਅਸੀਂ ਆਨਸਰ ਕੀ ਲਿਖਾਂਗੇ? ਤੁਸੀਂ ਵੀਡੀਓ ਪੌਜ਼ ਕਰਕੇ ਲਿਖ ਸਕਦੇ ਹੋ ਨਾਲ ਨਾਲ। ਇਨ ਓਲਡਨ ਡੇਜ਼ ਪੀਪਲ ਲਾਫਡ ਵਿਦ ਸਿੰਸੈਰਿਟੀ ਔਰ ਨੈਚੁਰਲੀ। ਐਂਡ ਨਾਓ, ਜਾਂ ਫਿਰ ਐਂਡ ਦੀ ਜਗ੍ਹਾ ਤੇ ਅਸੀਂ ਲਿਖ ਸਕਦੇ ਹਾਂ ਫੁੱਲ ਸਟਾਪ ਡਾਲ ਕੇ ਨਿਊ ਲਾਈਨ ਸਟਾਰਟ ਕਰ ਸਕਦੇ, ਬਿਕਾਜ਼ ਇਹਨਾਂ ਨੇ ਦੂਜਾ ਕੁਐਸਚਨ ਅਲੱਗ ਤੋਂ ਪੁੱਛਿਆ ਆ, ਇਸ ਲਈ ਅਸੀਂ ਅਲੱਗ ਲਾਈਨ ਲਿਖ ਸਕਦੇ ਨਾਲ। ਦੇ ਲਾਫਡ ਆਊਟ ਆਫ ਰੀਅਲ ਜੋਏ ਐਟ ਹਾਰਟ ਰਾਈਟ ਨਾਓ। ਠੀਕ ਹੈ। ਬੀ ਕੁਐਸਚਨ, ਨੇਮ ਦਾ ਪੋਇਮ ਐਂਡ ਦਾ ਪੋਇਟ। ਇਹ ਕੁਐਸਚਨ ਪੱਕਾ ਹੀ ਆਊਗਾ ਆਪਣੇ ਚੈਪਟਰ ਦੇ ਵਿੱਚ। ਮੈਂ ਹਰ ਜਦੋਂ ਪੋਇਮ ਕਰਵਾਉਣੀ, ਹਰ ਇੱਕ ਪੋਇਮ 'ਚ ਮੈਂ ਕਹਿੰਦੀ ਹਾਂ ਕਿ ਪਲੀਜ਼ ਪੋਇਟ ਦਾ ਨਾਮ ਯਾਦ ਕਰੋ, ਸਪੈਲਿੰਗ ਯਾਦ ਕਰੋ, ਐਂਡ ਪੋਇਮ ਦੇ ਨੇਮ ਨੂੰ ਵੀ ਯਾਦ ਕਰੋ ਅਤੇ ਪੋਇਮ ਦੇ ਸਪੈਲਿੰਗਸ ਨੂੰ ਵੀ ਯਾਦ ਕਰੋ। ਇਹ ਚੀਜ਼ਾਂ ਸਾਡੇ ਕੰਮ ਆਉਂਦੀਆਂ। ਇੱਕ ਤਾਂ ਸੈਂਟਰਲ ਆਈਡੀਆ ਲਿਖਣ ਦੇ ਵਿੱਚ, ਫਸਟ ਲਾਈਨ ਅਸੀਂ ਪੋਇਟ ਦੇ ਨਾਮ ਦੀ ਲਿਖਣੀ ਆ ਅਤੇ ਪੋਇਮ ਦੀ ਲਿਖਣੀ ਆ ਜਦੋਂ ਅਸੀਂ ਸੈਂਟਰਲ ਆਈਡੀਆ ਲਿਖਣਾ ਆ। ਅਤੇ ਦੂਜਾ ਇਹ ਸਾਡੇ ਕੰਮ ਆਉਂਦੀ ਜਦੋਂ ਅਸੀਂ ਸਟੈਂਜਾ ਲਿਖਣਾ। ਸੋ ਕਿਉਂ ਨੰਬਰ ਘਟਾਉਣੇ? 4 6 7 ਇੰਨੀਆਂ ਕੀ ਤਾਂ ਪੋਇਮਸ ਹੁੰਦੀਆਂ, ਨਾਮ ਹੀ ਤਾਂ ਲਿਖਣੇ ਆ, ਯਾਦ ਕਰ ਲਓ। ਠੀਕ ਹੈ। ਮੋਸਟ ਇੰਪੋਰਟੈਂਟ ਆ ਇਹ। ਨੇਮ ਦਾ ਪੋਇਮ ਐਂਡ ਇਟਸ ਪੋਇਟ। ਸੋ the name of the poem is Once Upon a Time and it is written by Gabriel O'Hara. Explain. They laugh with their teeth. ਉਹਨਾਂ ਨੇ ਇੱਕ ਲਾਈਨ ਕਹੀ ਆ, they laugh with their teeth। ਉਹ ਆਪਣੇ ਦੰਦਾਂ ਨਾਲ ਹੱਸਦੇ ਆ। ਬੇਸਿਕਲੀ ਸਾਰੇ ਹੱਸਦੇ ਤਾਂ ਦੰਦਾਂ ਨਾਲ ਹੀ ਆ, ਹੈ ਨਾ। ਪਰ ਇਸ ਲਾਈਨ ਦਾ ਮਤਲਬ ਕੀ ਆ? ਇਸ ਲਾਈਨ ਦਾ ਮਤਲਬ ਇਹ ਆ ਕਿ ਉਹ ਦਿਲੋਂ ਨਹੀਂ ਹੱਸਦੇ, ਇੱਕ ਝੂਠਾ ਜਿਹਾ ਹਾਸਾ ਹੱਸਦੇ ਆਪਣੇ ਸਿਰਫ ਦੰਦਾਂ ਦੇ ਨਾਲ, ਦਿਲ ਤੋਂ, ਵਿਦ ਦੇਅਰ ਨੋਟ ਵਿਦ ਦੇਅਰ ਹਾਰਟ, ਆਪਣੇ ਦਿਲ ਤੋਂ ਨਹੀਂ ਹੱਸਦੇ। ਤਾਂ ਅਸੀਂ ਇਹਨੂੰ ਐਕਸਪਲੇਨੇਸ਼ਨ ਦੇ ਵਿੱਚ ਕੀ ਲਿਖਾਂਗੇ? ਅਸੀਂ ਲਿਖਾਂਗੇ their laughter is artificial and there is no feeling in their laughter and it is very heartless। ਠੀਕ ਹੈ। ਡੀ ਕੁਐਸਚਨ ਕੀ ਆ? how do their eyes look now। ਕਹਿੰਦੇ ਹੁਣ ਉਹਨਾਂ ਦੀਆਂ ਨਜ਼ਰਾਂ ਕਿਹੋ ਜਿਹੀਆਂ ਹੋ ਗਈਆਂ? ਉਹਨਾਂ ਦੀਆਂ ਨਜ਼ਰਾਂ ਕਿੱਦਾਂ ਹੋ ਗਈਆਂ ਆ? ਆਈਜ਼ ਬਲੌਕ ਕੋਲਡ ਆਈਜ਼, ਇੱਦਾਂ ਕਹਿ ਰਹੇ ਆ ਨਾ। ਇਟ ਮੀਨਸ ਕਿ ਉਹਨਾਂ ਦੀਆਂ ਨਜ਼ਰਾਂ ਕੀ ਹੋ ਗਈਆਂ? ਦੇਅਰ ਆਈਜ਼ ਲੁੱਕ ਕੋਲਡ ਐਂਡ ਫੀਲਿੰਗਲੈਸ। ਉਹਨਾਂ ਦੀਆਂ ਆਈਜ਼ ਕੋਲਡ ਹੋ ਚੁੱਕੀਆਂ ਤੇ ਫੀਲਿੰਗਲੈਸ ਹੋ ਚੁੱਕੀਆਂ। ਓਕੇ। ਨੈਕਸਟ ਦੇਖਦੇ ਹਾਂ ਆਪਾਂ ਸੈਕਿੰਡ ਨੰਬਰ ਤੇ। There was a time indeed they used to shake hands with their hearts, but that's gone, son. Now they shake hands
without hearts, while their left hands search my empty pockets. Okay, ਇਹਦੇ ਵਿੱਚ ਕੀ ਕਹਿ ਰਹੇ ਉਹ, ਕਹਿੰਦੇ what is gone according to the poet. poet ਦੇ according ਕੀ ਜਾ ਚੁੱਕਾ ਆ, poet ਦੇ according reality ਜਾ ਚੁੱਕੀ ਆ, ਕੀ ਖਤਮ ਹੋ ਚੁੱਕਾ ਆ, पोइट ਦੇ ਅਕੋਰਡਿੰਗ ਕੀ ਖਤਮ ਹੋ ਚੁੱਕਾ, ਇੱਕ ਨੈਚੁਰੈਲਿਟੀ ਖਤਮ ਹੋ ਚੁੱਕੀ, ਇੱਕ ਰਿਐਲਿਟੀ ਖਤਮ ਹੋ ਚੁੱਕੀ, ਇੱਕ ਜੈਨੂਅਨਨੈਸ ਖਤਮ ਹੋ ਚੁੱਕੀ, ਇੱਕ ਸਿੰਸੈਰਿਟੀ ਖਤਮ ਹੋ ਚੁੱਕੀ ਆ, ਤੇ ਹੁਣ ਉਹ ਕਿੱਦਾਂ ਦੇ ਹੋ ਚੁੱਕੇ ਆ, ਇਨਸਿੰਸੀਅਰ ਹੋ ਚੁੱਕੇ ਆ। ਸੋ ਜੈਨੂਅਨ ਦੇ ਸਪੈਲਿੰਗ GENUINESS, sincerity SINCERITY। ਓਕੇ, ਤੇ ਅਸੀਂ ਲਾਈਨ ਕਿੱਦਾਂ ਲਿਖਣੀ ਆ, ਅਸੀਂ ਲਾਈਨ ਲਿਖਾਂਗੇ the genuineness and sincerity of the people is gone now, full stop ਪਾ ਕੇ now people are insincere। ਜਦੋਂ ਅਸੀਂ insincere ਲਿਖਣਾ ਤਾਂ INSINCERE, insincere, ਠੀਕ ਹੈ, ਸਪੈਲਿੰਗ ਇਹੀ ਆ। B question, how do people shake hands now? ਹੁਣ ਲੋਕੀ ਕਿੱਦਾਂ ਹੈਂਡ ਸ਼ੇਕ ਕਰਦੇ ਆ, ਕਿੱਦਾਂ ਹੈਂਡ ਸ਼ੇਕ ਕਰਦੇ ਆ, ਅਸੀਂ ਕੀ ਪੜ੍ਹਿਆ ਇਹਦੇ ਵਿੱਚ ਕਿ ਹੁਣ ਲੋਕੀ ਬੜਾ ਹੀ ਆਰਟੀਫਿਸ਼ਲ ਵੇ ਨਾਲ ਹੈਂਡ ਸ਼ੇਕ ਕਰਦੇ ਆ ਵਿਦਆਊਟ ਹਾਰਟ। ਉਹ ਸਿਰਫ ਮਤਲਬ ਹੱਥਾਂ ਦੇ ਨਾਲ ਜਸਟ ਹੈਂਡ ਸ਼ੇਕ ਕਰਦੇ ਆ, ਇੱਕ ਉਹਨਾਂ ਦਾ ਹੱਥ ਕਹਿ ਲਓ ਕਿ ਸਾਡੀ ਪੋਕਟ ਮਾਰਨ 'ਤੇ ਹੁੰਦਾ ਅਤੇ ਦੂਜਾ ਹੱਥ ਸਾਡੇ ਹੈਂਡ ਨੂੰ ਸ਼ੇਕ ਕਰਨ 'ਤੇ ਹੁੰਦਾ। ਸੋ ਅਸੀਂ ਇਹਦਾ ਆਨਸਰ ਕੀ ਲਿਖ ਸਕਦੇ ਹਾਂ, they shake hands with insincerity and they shake hand with one hand without heart, ਜਾਂ ਫਿਰ heartless, ਠੀਕ ਹੈ। ਜੇ ਵਿਦਾਊਟ ਲਿਖਣਾ ਫਿਰ ਹਾਰਟ ਲਿਖ ਦਿਓ, ਜੇ ਵਿਦਾਊਟ ਨਹੀਂ ਲਿਖਣਾ ਫਿਰ ਇਕੱਲਾ ਹਾਰਟਲੈਸ ਲਿਖ ਦਿਓ। C question, what do the people do with their left hands? ਲੋਕੀ ਲੈਫਟ ਹੈਂਡ ਦੇ ਨਾਲ ਕੀ ਕਰਦੇ ਆ, with their left hand they try to rob the pockets of the other person। ਕੀ ਕਰਦੇ ਉਹ, ਦੂਸਰੇ ਇਨਸਾਨ ਨੂੰ ਰੋਬ ਮਤਲਬ ਲੁੱਟਣ ਦੀ ਕੋਸ਼ਿਸ਼ ਕਰਦੇ ਆ। ਸੋ ਦੁਬਾਰਾ ਸੁਣ ਲਓ ਆਨਸਰ, with their left hand they try to rob the pockets of the other person। at home ਤੋਂ ਲੈ ਕੇ shut on me ਤੱਕ ਆ, ਠੀਕ। ਤੇ ਇਹਦੇ ਵਿੱਚ ਫਸਟ ਜਿਹੜਾ ਕੁਐਸਚਨ ਆ ਉਹ ਕੀ ਆ, ਕਹਿੰਦੇ who, ਕੌਣ, who is being asked to come again, ਕਿਸ ਨੂੰ ਕਿਹਾ ਜਾਂਦਾ ਆ ਕਿ ਉਹ ਦੁਬਾਰਾ ਆਓ। ਬੇਸਿਕਲੀ ਕਿਹਨੂੰ ਕਿਹਾ ਜਾਂਦਾ ਆ, ਇਹ ਕਿਹਾ ਜਾਂਦਾ ਪੋਇਟ ਨੂੰ, ਕਿਉਂਕਿ ਸਾਨੂੰ ਕੌਣ ਦੱਸ ਰਿਹਾ ਆਪਣੀ ਕਹਾਣੀ, ਇੱਕ ਪੋਇਟ ਦੱਸਦਾ ਪਿਆ। ਤਾਂ ਅਸੀਂ ਆਨਸਰ ਕੀ ਲਿਖਾਂਗੇ, the poet। ਇੱਥੇ who ਦੀ ਜਗ੍ਹਾ 'ਤੇ ਲਿਖ ਦਿਓ the poet is being asked to come again, ਬਟ ਕੁਐਸਚਨ ਮਾਰਕ ਨਾਲ ਲਿਖਿਓ ਆਨਸਰ ਦੇ ਵਿੱਚ। ਓਕੇ, B ਕੁਐਸਚਨ ਹੈਗਾ where is he being invited to, ਉਹਨੂੰ ਕਿੱਥੇ ਇਨਵਾਈਟ ਕੀਤਾ ਗਿਆ, where ਮਤਲਬ ਕਿੱਥੇ, ਕਿੱਥੇ ਇਨਵਾਈਟ ਕੀਤਾ ਗਿਆ ਉਸਨੂੰ ਇਨਵਾਈਟ ਕੀਤਾ ਗਿਆ ਹੋਸਟ ਦੇ ਘਰ ਦੇ ਵਿੱਚ, ਠੀਕ ਹੈ। ਅਸੀਂ ਆਨਸਰ ਕੀ ਲਿਖਾਂਗੇ, he is being invited to the home of the host। to ਤੋਂ ਬਾਅਦ ਅਸੀਂ ਕੀ ਲਿਖਣਾ, the home of the host। C question ਆ by whom ਮਤਲਬ ਕਿਸ ਦੇ ਦੁਆਰਾ, by whom ਮਤਲਬ ਕੀ ਆ, ਕਿਸ ਦੇ ਦੁਆਰਾ, is he being invited ਕਿਸ ਦੇ ਦੁਆਰਾ ਉਸਨੂੰ ਇਨਵਾਈਟ ਕੀਤਾ ਗਿਆ ਸੀ, ਕਿਹਦੇ ਦੁਆਰਾ ਇਨਵਾਈਟ ਕੀਤਾ ਗਿਆ ਸੀ, ਹੋਸਟ ਦੇ ਦੁਆਰਾ। ਅਸੀਂ ਆਨਸਰ ਕੀ ਲਿਖਾਂਗੇ ਫਿਰ, ਅਸੀਂ ਆਨਸਰ ਇੱਦਾਂ ਲਿਖਾਂਗੇ he is being invited by the host, ਠੀਕ ਹੈ। ਬਟ ਯਾਦ ਰੱਖਿਓ ਹਰੇਕ ਆਨਸਰ, ਜਿਹੜਾ ਵੀ ਕੋਈ ਆਨਸਰ ਹੁੰਦਾ ਉਹਦੇ ਪਿੱਛੋਂ ਆਪਾਂ ਕੁਐਸਚਨ ਮਾਰਕ ਨਹੀਂ ਡਾਲਣਾ, ਫੁੱਲ ਸਟਾਪ ਹੀ ਡਾਲਣਾ। ਓਕੇ, ਇਹ ਗੱਲ ਮਾਈਂਡ ਦੇ ਵਿੱਚ ਰੱਖਣੀ। ਸੋ D question is what is meant by feel at home। feel at
ਹੋਮ ਦਾ ਕੀ ਮਤਲਬ ਆ? ਫੀਲ ਐਟ ਹੋਮ ਦਾ ਮਤਲਬ ਇਹ ਆ ਕਿ ਬੇਸਿਕਲੀ ਜਦੋਂ ਅਸੀਂ ਕਿਸੇ ਨੂੰ ਆਪਣੇ ਘਰੇ ਬੁਲਾਈਦਾ, ਅਸੀਂ ਉਹਨੂੰ ਕਹੀਦਾ ਨਾ ਕਿ ਇਹਨੂੰ ਆਪਣਾ ਹੀ ਘਰ ਸਮਝਿਓ, ਤੁਹਾਡਾ ਆਪਣਾ ਹੀ ਘਰ ਆ, ਤੁਹਾਨੂੰ ਹੋਮ ਵਾਲੀ ਫੀਲਿੰਗ ਆਉਣੀ ਚਾਹੀਦੀ ਆ। ਮੀਨਸ ਕੋਈ ਵੀ ਚੀਜ਼ ਦੀ ਪ੍ਰੋਬਲਮ ਹੋਈ ਸਾਨੂੰ ਦੱਸਿਓ, ਫੀਲ ਫਰੀ ਐਂਡ ਫੀਲ ਵੈਰੀ ਕੰਫਰਟੇਬਲ। ਸੋ ਇਸ ਚੀਜ਼ ਨੂੰ ਹੀ ਕਿਹਾ ਗਿਆ ਆ ਕਿ ਫੀਲ ਐਟ ਹੋਮ। ਤੇ ਅਸੀਂ ਇਹਨੂੰ ਆਨਸਰ ਨੂੰ ਇੰਗਲਿਸ਼ 'ਚ ਕਿੱਦਾਂ ਲਿਖਣਾ? ਇਟ ਮੀਨਸ, ਤੁਸੀਂ ਆਨਸਰ ਲਿਖ ਲਓ ਪਲੀਜ਼ ਨਾਲ ਨਾਲ। ਇਟ ਮੀਨਸ to make oneself comfortable and to feel easy। ਠੀਕ ਹੈ। ਫੋਰਥ ਆਪਣਾ ਜਿਹੜਾ ਸਟੈਂਜਾ ਆ ਉਹ ਕੀ ਹੈਗਾ ਆ? ਫੋਰਥ ਸਟੈਂਜਾ ਆਪਣਾ ਸਟਾਰਟ ਹੁੰਦਾ ਆ ਸੋ ਤੋਂ ਲੈ ਕੇ ਓਨਲੀ ਟੀਥ ਤੱਕ। ਠੀਕ ਹੈ। ਫਸਟ ਕੁਐਸਚਨ ਕੀ ਕਹਿ ਰਿਹਾ ਆ ਸਾਨੂੰ? ਫਸਟ ਕੁਐਸਚਨ ਹੈਗਾ ਆਪਣਾ what has the poet learned। ਕਹਿੰਦੇ ਪੋਇਟ ਨੇ ਕੀ ਸਿੱਖ ਲਿਆ ਆ? ਪੋਇਟ ਨੇ ਕੀ ਸਿੱਖ ਲਿਆ ਆ? ਪੋਇਟ ਨੇ ਝੂਠਾ ਹਾਸਾ ਸਿੱਖ ਲਿਆ, ਪੋਇਟ ਨੇ ਇਦਾਂ ਦੇ ਫੇਸਿਸ ਪਹਿਨਣੇ ਸਿੱਖ ਲਏ ਜਿੱਦਾਂ ਕਿ ਡਰੈਸਿਸ ਹੁੰਦੀਆਂ, ਕਿਹਾ ਨਾ ਇੱਥੇ ਉਹਨਾਂ ਨੇ। ਸੋ ਇਹਨੂੰ ਹੀ ਅਸੀਂ ਆਨਸਰ ਦੇ ਵਿੱਚ ਲਿਖਣਾ। ਕਿੱਦਾਂ ਲਿਖਾਂਗੇ? he has learned to wear many faces like dresses। ਸੋ B ਕੁਐਸਚਨ ਕੀ ਆ? what is involved in wearing faces। ਕਿਹੜੀ ਚੀਜ਼ ਕਹਿੰਦੇ wearing faces ਦੇ ਵਿੱਚ ਇਨਵੋਲਵ ਆ? ਉਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਇਨਵੋਲਵ ਆ, ਜਿੱਦਾਂ ਕਿ ਫੇਸ ਦੇ ਐਕਸਪ੍ਰੈਸ਼ਨਸ ਇਨਵੋਲਵ ਆ, ਇੱਕ ਫੇਸ ਦੇ ਉੱਤੇ ਝੂਠਾ ਹਾਸਾ ਦਿਖਾਉਣਾ ਆ ਅਸੀਂ, ਠੀਕ ਆ, ਕੰਫਰਮਿੰਗ ਇੱਕ ਸਮਾਈਲ ਸ਼ੋ ਕਰਨੀ ਆ। ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆਉਣੀਆਂ? ਵੇਅਰਿੰਗ ਫੇਸਿਸ ਦੇ ਵਿੱਚ। ਸੋ ਅਸੀਂ ਆਨਸਰ ਕਿਸ ਤਰ੍ਹਾਂ ਲਿਖਾਂਗੇ? ਵੇਅਰਿੰਗ ਫੇਸਿਸ ਇਨਵੋਲਵ putting on false expressions on the face। ਕਿ false expressions ਨੂੰ ਆਪਣੇ face ਦੇ ਉੱਤੇ ਲਿਆਉਣ ਨੂੰ ਹੀ ਕੀ ਕਿਹਾ ਗਿਆ ਆ? wearing faces। what is C question? C question is what is a portrait smile। so basically a portrait smile is a false smile such as we see in pictures। people are always smiling in pictures। ਉਹ ਹਮੇਸ਼ਾ ਹੱਸਦੇ ਰਹਿੰਦੇ ਆ, ਹਮੇਸ਼ਾ ਖੁਸ਼ ਹੁੰਦੇ ਆ ਆਪਣੀਆਂ ਫੋਟੋਜ਼ ਦੇ ਵਿੱਚ, ਬਟ ਐਕਚੁਅਲੀ ਦੇ ਆਰ ਨਾਟ ਹੈਪੀ ਵਿਦ ਦੇਅਰ ਹਾਰਟ। ਠੀਕ ਹੈ। ਫੋਟੋ ਦੇ ਵਿੱਚ ਜੋ ਸਾਡਾ ਸਮਾਈਲ, ਜੋ ਹਾਸਾ ਹੁੰਦਾ, ਉਹ ਇੱਕ ਫੇਕ ਫਾਲਸ ਹੁੰਦਾ, ਬਟ ਐਕਚੁਅਲ ਦੇ ਵਿੱਚ ਅਸੀਂ ਉਨੇ ਖੁਸ਼ ਨਹੀਂ ਹੁੰਦੇ, ਇੱਕ ਆਰਟੀਫਿਸ਼ਲ ਸਮਾਈਲ ਹੁੰਦੀ ਆ। ਠੀਕ। ਸੋ ਅਸੀਂ ਇਸ ਚੀਜ਼ ਨੂੰ ਹੀ ਆਨਸਰ ਦੇ ਵਿੱਚ ਲਿਖਣਾ। ਕਿੱਦਾਂ ਲਿਖਾਂਗੇ? ਇੱਕ ਸਿੰਪਲ ਜਿਹੀ ਲਾਈਨ ਬਣਾਉਂਦੇ ਆ। ਇਟ ਇਜ਼ ਐਨ artificial smile for a portrait or picture or painting। okay। D question what is a cocktail face। cocktail face ਕੀ ਹੁੰਦਾ? ਜਿਹੜਾ ਕਿ cocktail party ਦੇ ਉੱਤੇ wear ਕਰਦੇ ਹਾਂ ਅਸੀਂ। it is a face worn at the time of a cocktail party। ਫਿਫਥ ਸਟੈਂਜਾ ਆਪਣਾ ਸਟਾਰਟ ਹੁੰਦਾ ਆ ਐਂਡ ਤੋਂ ਲੈ ਕੇ being bored ਤੱਕ। ਫਸਟ ਕੁਐਸਚਨ ਕੀ ਆ? who is the speaker of the poem। ਪੋਇਮ ਦਾ ਸਪੀਕਰ ਕੌਣ ਆ? ਪੋਇਮ ਦਾ ਸਪੀਕਰ ਹੈਗਾ ਆ ਪੋਇਟ। ਪੋਇਟ ਦਾ ਕੀ ਨਾਮ ਆ? ਗੈਬਰੀਅਲ ਓਕੇਰਾ। ਸੋ ਅਸੀਂ ਆਨਸਰ ਕਿੱਦਾਂ ਲਿਖਾਂਗੇ? the poet Gabriel Okera is the speaker in this poem। ਠੀਕ ਹੈ। B ਕੁਐਸਚਨ ਦੇਖੋ ਜੀ, ਗੈਬਰੀਅਲ ਓਕੇਰਾ ਦੇ ਵਿੱਚ ਜਾਂ ਤਾਂ ਗੈਬਰੀਅਲ ਓਕੇਰਾ ਨੂੰ ਤੁਸੀਂ ਡਬਲ ਕੋਮਾਸ ਦੇ ਵਿੱਚ ਲਿਖਿਓ ਜਾਂ ਫਿਰ ਉਹਨੂੰ ਬ੍ਰੈਕਟ ਦੇ ਵਿੱਚ ਲਿਖਿਓ। ਯਾਦ ਰੱਖਣੀ ਇਸ ਗੱਲ ਨੂੰ, ਇੰਪੋਰਟੈਂਟ ਵਰਡਸ ਆ ਇਹ। ਠੀਕ ਹੈ। what has the poet learned to do with his feelings। ਆਪਣੀਆਂ ਫੀਲਿੰਗਸ ਦੇ ਨਾਲ ਪੋਇਟ ਨੇ ਕੀ ਕਰਨਾ ਸਿੱਖ ਲਿਆ? ਆਪਣੀਆਂ ਫੀਲਿੰਗਸ ਨੂੰ ਇੱਕ ਐਕਸਪ੍ਰੈਸ਼ਨਸ ਦੇਣੇ ਸ਼ੁਰੂ ਕਰ ਲਏ ਉਹਨੇ ਆਪਣੇ ਫੇਸ ਦੇ ਉੱਤੇ। ਅਸੀਂ ਆਨਸਰ ਕਿੱਦਾਂ ਲਿਖਾਂਗੇ? he has learned to put on false expressions on his face to hide his real feelings। ਆਪਣੀਆਂ ਅਸਲੀ ਦੀਆਂ ਫੀਲਿੰਗਸ ਨੂੰ ਛੁਪਾਉਣ ਦੇ ਲਈ ਫੇਸ ਤੇ ਫਾਲਸ ਐਕਸਪ੍ਰੈਸ਼ਨਸ ਲਿਆਉਣੇ ਸਿੱਖ ਲਏ ਆ ਪੋਇਟ ਨੇ। C question what is the meaning of laughing with only my teeth। only my teeth ਨਾਲ ਹੱਸਣ ਦਾ ਕੀ ਮਤਲਬ ਆ? ਇਹਦਾ ਮਤਲਬ ਇਹ ਹੈ ਕਿ ਮੈਂ ਸਿਰਫ ਦਿਲ ਤੋਂ ਨਹੀਂ ਹੱਸਦਾ ਪਿਆ, ਮੈਂ ਸਿਰਫ ਆਪਣੇ ਦੰਦਾਂ ਤੋਂ ਇੱਕ ਸਮਾਈਲ ਦੇ ਰਿਹਾ, ਮੇਰਾ ਜਿਹੜਾ ਹਾਸਾ ਉਹ ਮੇਰੇ ਦਿਲ ਤੋਂ ਨਹੀਂ ਆ। ਸੋ ਇਹਦਾ ਆਨਸਰ ਕੀ ਹੋਊਗਾ? the meaning of the laughing with only my teeth is the laughing is very artificial and it does not express the joy of a person's heart ਜਾਂ ਫਿਰ joy of his heart। ਠੀਕ। D question what kind of life
ਇਜ਼ ਦਾ ਪੋਇਟ ਲਿਵਿੰਗ, ਕਿੱਦਾਂ ਦੀ ਲਾਈਫ ਪੋਇਟ ਜਿਹੜੀ ਉਹ ਸਪੈਂਡ ਕਰ ਰਿਹਾ ਆ, ਇੱਕ ਆਰਟੀਫਿਸ਼ਲ ਲਾਈਫ ਜਿਹੜੀ ਉਹ ਸਪੈਂਡ ਕਰ ਰਿਹਾ, ਜਿਹਦੇ ਵਿੱਚ ਉਹ ਕੀ ਕਹਿੰਦਾ ਆ ਕਿ ਮੈਂ ਗੁੱਡ ਬਾਏ ਤਾਂ ਕਹਿੰਦਾ ਕਹਿਣਾ ਸਿੱਖ ਲਿਆ ਆ ਖੁਸ਼ੀ ਦੇ ਨਾਲ, ਠੀਕ ਆ, ਪਰ ਐਕਚੁਅਲ ਦੇ ਵਿੱਚ ਮੈਂ ਕੀ ਸੋਚਦਾ ਹਾਂ ਵੀ ਚੰਗਾ ਹੋਇਆ, ਇੱਕ ਰਿਡਨਸ ਦੇ ਰੂਪ ਦੇ ਵਿੱਚ ਉਹਨੂੰ ਵੀ ਗੁੱਡ ਰਿਡਨਸ ਐਕਚੁਅਲ ਦੇ ਵਿੱਚ ਉਹ ਮੇਰੇ ਲਈ ਕਿ ਚੰਗਾ ਹੋਇਆ ਚਲੇ ਗਏ, ਸ਼ੁਕਰ ਹੈ ਮੇਰਾ ਛੁਟਕਾਰਾ ਹੋਇਆ, ਠੀਕ ਆ। ਸੋ ਇਸ ਤਰੀਕੇ ਨਾਲ ਸਾਨੂੰ ਸਮਝਾਉਂਦੇ ਆ ਇਹਦੇ ਵਿੱਚ ਕਿ ਇਹ ਸਾਰੀਆਂ ਚੀਜ਼ਾਂ ਫਾਲਸ ਉਹਨੇ ਸਿੱਖ ਲਈਆਂ ਆਪਣੀ ਲਾਈਫ ਦੇ ਵਿੱਚ। ਪੋਇਮਸ ਦੇ ਵਿੱਚ ਕੋਈ ਵੀ ਚੀਜ਼ ਡਾਇਰੈਕਟਲੀ ਨਹੀਂ ਲਿਖੀ ਹੁੰਦੀ, ਸਾਰੀਆਂ ਚੀਜ਼ਾਂ ਦਾ ਮੀਨਿੰਗ ਹਿਡਨ ਹੁੰਦਾ, ਅਤੇ ਕਦੇ ਵੀ ਕੁਐਸਚਨ ਜੇ ਸੇਮ ਲਾਈਨਸ ਦੇ ਨਾਲ ਨਾ ਮਿਲਦੇ ਹੋਏ ਸਾਨੂੰ ਆਨਸਰ ਲੱਭਣ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਐਗਜ਼ੈਕਟ ਉਹੀ ਲਾਈਨ ਚਿਪਕਾਉਣੀ ਹੈ ਵੀ ਉੱਪਰ ਇੱਥੇ ਲਿਖਿਆ ਹੀ ਹੋਊਗਾ, ਇਹ ਜ਼ਰੂਰੀ ਨਹੀਂ ਹੁੰਦਾ। ਸਾਡੇ ਮਾਈਂਡ ਦੀ ਮੈਂਟੈਲਿਟੀ ਜਿਹੜੀ ਉਹ ਵੀ ਇੱਥੇ ਕੰਮ ਕਰਦੀ, ਸਪੈਸ਼ਲੀ ਪੋਇਮ ਦੇ ਵਿੱਚ। 6th ਜਿਹੜਾ ਆਪਣਾ ਸਟੈਂਜਾ ਆ ਉਹ ਕੀ ਕਹਿੰਦਾ ਆ, 6th ਸਟੈਂਜਾ ਬਟ ਤੋਂ ਸਟਾਰਟ ਹੋ ਕੇ ਐਂਡ ਹੁੰਦਾ ਆ ਬੇਅਰ ਫੈਂਗਸ ਤੱਕ। ਫਸਟ ਕੁਐਸਚਨ ਆ, whom is the poet talking to? ਪੋਇਟ ਕਿਹਦੇ ਨਾਲ ਗੱਲ ਕਰ ਰਿਹਾ? ਪੋਇਟ ਆਪਣੇ ਸਨ ਦੇ ਨਾਲ ਗੱਲ ਕਰ ਰਿਹਾ। The poet is talking to his son, okay? Next question ਜਿਹੜਾ ਆ ਉਹ ਕੀ ਆ, what are the things that the poet wants to unlearn? ਕਿਹੜੀਆਂ ਚੀਜ਼ਾਂ ਆ ਜਿਹੜੀਆਂ ਪੋਇਟ ਅਨਲਰਨ ਕਰਨਾ ਚਾਹੁੰਦਾ? ਉਹ ਅਨਲਰਨ ਕਰਨਾ ਚਾਹੁੰਦਾ ਮਿਊਟਿੰਗ ਥਿੰਗਸ ਕਿਹੜੀਆਂ ਹੁੰਦੀਆਂ ਆ, ਜਿਹੜੀਆਂ ਕਿ ਮਨੁੱਖ ਦੇ ਸੁਭਾਅ ਨੂੰ ਬਦਲਦੀਆਂ ਆ, ਜਿਹੜੀਆਂ ਇੱਕ ਇਨਸਾਨ ਦੇ ਵਿੱਚ ਗੁੱਡ ਚੀਜ਼ਾਂ ਨੂੰ ਨੈਗੇਟਿਵ ਵਿੱਚ ਰਹਿ ਜਾਂਦਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਹਾਈਪੋਕ੍ਰੇਸੀ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਢਣਾ ਚਾਹੁੰਦਾ। ਹਾਈਪੋਕ੍ਰੇਸੀ ਕਹਿ ਸਕਦੇ ਹਾਂ ਕਿ ਇੱਕ ਡਰਾਮਾ, ਇੱਕ ਸ਼ੋਅ ਆਫ ਜਿਹੜਾ ਆ, ਠੀਕ ਆ, ਜਿੱਦਾਂ ਪਖੰਡ ਜਿਹੜੇ ਕਹਿ ਲਓ, ਉਹਨੂੰ ਆਪਣੀ ਲਾਈਫ 'ਚੋਂ ਕੱਢਣਾ ਚਾਹੁੰਦਾ। ਅਸੀਂ ਆਨਸਰ ਕਿਵੇਂ ਲਿਖਾਂਗੇ? The poet wants to unlearn the muting things like hypocrisy. Hypocrisy ਦੇ spelling ਹੁੰਦੇ HYPOCRISY, hypocrisy। ਸਕਰੀਨ ਛੋਟੀ ਹੋਣ ਕਰਕੇ ਮਤਲਬ ਮੈਂ ਇੱਥੋਂ ਸਟਾਰਟ ਕਰ ਲਿਆ ਬਿਕੋਜ਼ ਘੱਟ ਏਰੀਆ ਸੀ ਲਿਖਣ ਦੇ ਲਈ ਕਿ ਤੁਹਾਨੂੰ ਕਲੀਅਰ ਹੋ ਜਾਵੇ, ਬਟ ਤੁਸੀਂ ਕਦੇ ਵੀ ਇੱਦਾਂ ਨਹੀਂ ਲਿਖਣਾ ਕਿ ਅੱਧੇ ਅਕਸ਼ਰ ਇੱਥੇ ਲਿਖ ਦਿੱਤੇ ਅਤੇ ਅੱਧੇ ਇੱਥੇ ਹਾਈਫਨ ਡਾਲ ਕੇ ਲਿਖ ਦਿੱਤੇ, ਕਦੇ ਵੀ ਇੱਦਾਂ ਨਹੀਂ ਲਿਖਣਾ। ਲਾਈਨ ਜਿੱਥੇ ਐਂਡ ਹੁੰਦੀ ਆ ਨਾ, ਜੇ ਤਾਂ ਤੁਹਾਡਾ ਵਰਡ ਇੱਥੇ ਆ ਰਿਹਾ ਪੂਰਾ ਤਾਂ ਇੱਥੇ ਲਿਖੋ, ਨਹੀਂ ਤਾਂ ਨਵੀਂ ਲਾਈਨ ਦੇ ਵਿੱਚ ਨੀਚੇ ਸਟਾਰਟ ਕਰੋ। ਇਹ ਇੱਕ ਟਿਪ ਆ, ਬਹੁਤ ਇੰਪੋਰਟੈਂਟ ਟਿਪ ਆ, ਰਾਈਟਿੰਗ ਮੈਨਰ ਆ ਇਹ, ਠੀਕ ਆ। ਬੇਸਿਕਲੀ ਸਾਰੇ ਕੀ ਸੋਚਦੇ ਆ ਕਿ ਹਾਈਫਨ ਡਾਲ ਕੇ ਲਿਖ ਦਿਓ, ਬਟ ਇਹ ਬੜਾ ਹੀ ਅਨਪ੍ਰੋਫੈਸ਼ਨਲ ਲੱਗਦਾ। ਕਦੇ ਵੀ ਹਾਈਫਨ ਪਾ ਕੇ ਨਹੀਂ ਲਿਖਣਾ। ਜੇ ਉੱਥੇ ਵਰਡ ਆ ਰਿਹਾ ਪੂਰਾ ਤਾਂ ਲਿਖੋ, ਨਹੀਂ ਤਾਂ ਨੀਚੇ ਲਿਖ ਦਿਓ, ਜਾਂ ਫਿਰ ਉੱਥੇ ਇੱਦਾਂ ਥੋੜ੍ਹਾ ਜਿਹਾ ਟਾਈਟ ਕਰਕੇ ਲਿਖ ਦਿਓ। ਪਰ ਹਾਂ, ਜੇ ਟਾਈਟ ਵੀ ਕਰ ਰਹੇ ਹੋ ਤਾਂ ਵੀ ਤੁਹਾਡਾ ਵਰਡ ਦੇਖਣ 'ਚ ਇੱਦਾਂ ਲੱਗਣਾ ਚਾਹੀਦਾ ਕਿ ਜ਼ਿਆਦਾ ਕੰਜਸਟਡ ਨਹੀਂ ਆ। ਇਹ ਨਾ ਹੋਵੇ ਤੁਸੀਂ ਹਾਈਪੋਕ੍ਰੇਸੀ ਨੂੰ ਬਹੁਤ ਛੋਟੇ ਜਿਹੇ ਵਿੱਚ ਲਿਖਿਆ ਹੋਵੇ ਅਤੇ ਟੀਚਰ ਨੂੰ ਨਾ ਤਾਂ ਤੁਹਾਡੇ ਸਪੈਲਿੰਗ ਸਮਝ ਆਉਣ ਨਾ ਕੁਛ। ਸੋ ਇਹ ਅਨਪ੍ਰੋਫੈਸ਼ਨਲ ਚੀਜ਼ਾਂ ਲੱਗਦੀਆਂ, ਯਾਦ ਰੱਖਿਓ ਇਸ ਗੱਲ ਨੂੰ। ਕਦੇ ਵੀ ਹਾਈਫਨ ਪਾ ਕੇ ਨਾ ਲਿਖਿਓ। ਮੈਂ ਇੱਥੇ ਜ਼ਰੂਰ ਕੀਤਾ ਆਪਣੀ ਸਕਰੀਨ ਦੇ ਉੱਤੇ ਸਿਰਫ ਤੁਹਾਨੂੰ ਸਪੈਲਿੰਗ ਦੱਸਣ ਦੇ ਲਈ, ਪਰ ਜੇ ਮੈਂ ਰਾਈਟਿੰਗ ਵੇ ਦੇ ਵਿੱਚ ਮੈਂ ਲਿਖਾਂ, ਮੈਂ ਕਦੇ ਵੀ ਹਾਈਫਨ ਨਹੀਂ ਪਾਉਂਦੀ। ਓਕੇ, ਯਾਦ ਰੱਖਣੀ ਹੈ ਇਹ ਗੱਲ, ਮੋਸਟ ਇੰਪੋਰਟੈਂਟ ਆ। ਇੱਕ ਇੰਪੋਰਟੈਂਟ ਟਿਪ ਆ, ਮੇਰੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਵਿੱਚ ਕੋਈ ਨਾ ਕੋਈ ਟਿਪ ਮਿਲਦੇ ਹੀ ਰਹਿਣਗੇ, ਮਿਲਦੇ ਹੀ ਰਹਿੰਦੇ ਆ ਅਤੇ ਮਿਲਦੇ ਹੀ ਰਹਿੰਦੇ ਸੀ। ਅਤੇ ਵੀਡੀਓਜ਼ ਨੂੰ ਲਾਈਕ ਕਰਦੇ ਰਿਹਾ ਕਰੋ ਇਸ ਗੱਲ ਕਰਕੇ, ਅਤੇ ਹੋਰ ਮੈਨੂੰ ਦੱਸਿਆ ਕਰੋ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਆ ਜਿਹੜੀ ਕਿ ਮੈਂ ਤੁਹਾਨੂੰ ਸਮਝਾ ਸਕਾਂ। ਫਾਈਨ। ਸੋ ਅਸੀਂ ਕਿਹੜਾ ਕੁਐਸਚਨ ਕਰ ਰਹੇ ਹਾਂ? ਸੀ। ਓਕੇ। ਵਟ ਡਜ਼ ਦਾ ਪੋਇਟ ਕੰਪੇਅਰ ਹਿਜ਼ ਟੀਥ ਟੂ? ਪੋਇਟ ਆਪਣੇ ਦੰਦਾਂ ਨੂੰ ਕਿਹਦੇ ਨਾਲ ਕੰਪੇਅਰ ਕਰ ਰਿਹਾ? ਹੀ ਕੰਪੇਅਰਜ਼ ਹਿਜ਼ ਟੀਥ ਟੂ ਦਾ ਟੀਥ ਆਫ ਸਨੇਕ। ਇੱਕ ਪੋਇਜ਼ਨਸ ਟੀਥ ਜਿਹੜੇ ਹੁੰਦੇ ਨਾ ਸਨੇਕ ਦੇ, ਉਹਨਾਂ ਦੰਦਾਂ ਦੇ ਨਾਲ ਉਹ ਆਪਣੇ ਦੰਦਾਂ ਨੂੰ ਕੰਪੇਅਰ ਕਰ ਰਿਹਾ, ਠੀਕ ਹੈ। ਡੀ ਕੁਐਸਚਨ, ਰਾਈਟ ਦਾ ਸਿਗਨੀਫਿਕੈਂਸ ਆਫ ਦਾ ਟਾਈਟਲ ਵਨਸ ਅਪੋਨ ਅ ਟਾਈਮ। ਵਨਸ ਅਪੋਨ ਅ ਟਾਈਮ ਦਾ ਜਿਹੜਾ ਟਾਈਟਲ ਆ, ਕਹਿੰਦੇ ਇਹਦਾ ਸਿਗਨੀਫਿਕੈਂਸ ਕੀ ਆ? ਮੀਨਸ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਵਨਸ ਅਪੋਨ ਅ ਟਾਈਮ ਟਾਈਟਲ ਜਿਹੜਾ ਉਹ ਸਹੀ ਆ, ਕਿੱਦਾਂ ਸਾਡੀ ਜਜਮੈਂਟ ਆ ਇਹ? ਬੇਸਿਕਲੀ ਦੇਖੋ, ਜਦੋਂ ਵਨਸ ਅਪੋਨ ਅ ਟਾਈਮ ਅਸੀਂ ਵਰਡ ਮਤਲਬ ਇੱਕ ਸੈਂਟੈਂਸ ਸੁਣਦੇ ਹਾਂ ਤਾਂ ਸਾਡੇ ਮਾਇੰਡ ਦੇ ਵਿੱਚ ਇਹੀ ਗੱਲ ਯਾਦ ਆਉਂਦੀ ਹੈ ਕਿ ਹਾਂ ਇੱਕ ਪੁਰਾਣੇ ਸਮੇਂ ਦੀ ਗੱਲ ਸੀ। ਅਤੇ ਇਹਦੇ ਵਿੱਚ ਵੀ ਤਾਂ ਉਹਨਾਂ ਨੇ ਇਹੀ ਦੱਸਿਆ ਕਿ ਪੁਰਾਣੇ ਸਮੇਂ ਦੇ ਵਿੱਚ ਇੱਦਾਂ ਹੁੰਦਾ ਸੀ, ਬਟ ਹੁਣ ਇੱਦਾਂ ਨਹੀਂ ਹੁੰਦਾ।
ਪਹਿਲਾਂ ਦਿਲ ਤੋਂ ਸਾਰੇ ਇੱਕ ਦੂਜੇ ਨਾਲ ਮਿਲਦੇ ਸੀ, ਹੁਣ ਇੱਦਾਂ ਨਹੀਂ ਮਿਲਦੇ। ਸੋ ਇਹ ਟਾਈਟਲ ਜਿਹੜਾ ਸੂਟੇਬਲ ਹੈ ਨਾ, ਹੈਗਾ। ਤੇ ਅਸੀਂ ਆਨਸਰ ਨੂੰ ਕਿੱਦਾਂ ਲਿਖਾਂਗੇ? ਅਸੀਂ ਆਨਸਰ ਨੂੰ ਬੜਾ ਹੀ ਸਿੰਪਲ ਲਿਖਾਂਗੇ, 1-2 ਲਾਈਨਸ ਦੇ ਵਿੱਚ ਲਿਖਾਂਗੇ। ਬੇਸਿਕਲੀ ਜੋ ਵੀ ਤੁਹਾਡੀ ਸਮਝ ਆਏਗੀ ਤੁਸੀਂ ਉਹਦੇ ਅਕੋਰਡਿੰਗ ਅਗਰ ਇੰਗਲਿਸ਼ ਬਣਾ ਲੈਂਦੇ ਹੋ ਤਾਂ ਤੁਸੀਂ ਆਪਣੇ ਆਪ ਲਿਖ ਸਕਦੇ ਹੋ। ਅਗਰ ਨਹੀਂ ਬਣਾ ਪਾ ਰਹੇ ਹੋ ਤਾਂ ਮੈਂ ਤੁਹਾਨੂੰ ਕੁਝ ਲਾਈਨਸ ਦੱਸ ਦਿੰਦੀ ਹਾਂ, ਤੁਸੀਂ ਉਹ ਲਾਈਨਸ ਨੋਟ ਕਰ ਲਓ ਨਾਲ ਪੌਜ਼ ਕਰਕੇ ਵੀਡੀਓ। The title brings out the difference between the past and the present। ਇਹ ਫਸਟ ਲਾਈਨ ਆ, ਫੁੱਲ ਸਟਾਪ ਡਾਲ ਕੇ ਨਾਲ ਹੀ ਨੈਕਸਟ ਲਾਈਨ ਲਿਖ ਲਓ। In olden days there was love in man's heart for others। Next line, his eyes showed the depth of his feelings। Next line, the modern man is hypocritical in the behavior। ਕੀ ਕਹਿੰਦੇ? ਪਾਸਟ ਤੇ ਪ੍ਰੈਜ਼ੈਂਟ ਨੂੰ ਰਿਪਰੈਜ਼ੈਂਟ ਕਰਦਾ ਆ। ਮਨੁੱਖ ਦਾ ਜਿਹੜਾ ਦਿਲ ਆ ਉਹਦੇ ਵਿੱਚ ਪਹਿਲਾਂ ਪਿਆਰ ਹੁੰਦਾ ਸੀ ਦੂਜਿਆਂ ਲਈ, ਉਹਦੇ ਵਿੱਚ ਡੀਪ ਫੀਲਿੰਗਸ ਜਿਹੜੀਆਂ ਹੁੰਦੀਆਂ ਸੀ ਉਹਦੇ ਐਕਸਪ੍ਰੈਸ਼ਨਸ ਦੇ ਵਿੱਚ ਸ਼ੋ ਹੁੰਦੀਆਂ ਸੀ। ਪਰ ਅੱਜ ਦਾ ਮਨੁੱਖ, ਮਾਡਰਨ ਮਨੁੱਖ ਕੀ ਆ? ਹਾਈਪੋਕ੍ਰਿਟੀਕਲ ਹੋ ਚੁੱਕਾ ਆ। ਉਹਦਾ ਬਿਹੇਵੀਅਰ ਜਿਹੜਾ ਇੱਕ ਪਖੰਡਬਾਜ਼ੀ ਵਾਲਾ ਬਿਹੇਵੀਅਰ ਬਣ ਚੁੱਕਾ ਆ। ਸੋ ਹੁਣ ਟਾਈਮ ਆ ਸੈਂਟਰਲ ਆਈਡੀਆ ਕਰਨ ਦਾ। ਸੋ ਵਨਸ ਅਪੋਨ ਅ ਟਾਈਮ ਪੋਇਮ ਦਾ ਪੋਇਟ ਕੌਣ ਆ? ਗੈਬਰੀਅਲ ਓਕੇਰਾ। ਅਸੀਂ ਇਹਨੂੰ ਵੀ ਮੈਂਸ਼ਨ ਕਰਾਂਗੇ ਤੇ ਵਨਸ ਅਪੋਨ ਅ ਟਾਈਮ ਦਾ ਵੀ ਨਾਮ ਲਿਖ ਦੇਵਾਂਗੇ ਵਿੱਚ, ਠੀਕ ਹੈ। ਕਈ ਵਾਰੀ ਤਾਂ ਉਹਨਾਂ ਨੇ ਉੱਪਰ ਹੀ ਦਿੱਤਾ ਹੁੰਦਾ ਕਿ ਪੋਇਮ ਆ, ਇਹਦਾ ਪੋਇਟ ਇਹ ਆ, ਤੁਸੀਂ ਬਸ ਇਹਦਾ ਸੈਂਟਰਲ ਆਈਡੀਆ ਕਰੋ। ਸੋ ਉਸ ਕੰਡੀਸ਼ਨ ਦੇ ਵਿੱਚ ਜੇ ਅਸੀਂ ਨਾਮ ਨਾ ਵੀ ਲਿਖੀਏ ਤਾਂ ਵੀ ਚੱਲ ਜਾਊਗਾ, ਬਿਕੋਜ਼ ਲਿਖਿਆ ਜਾਂ ਨਾ ਲਿਖਿਆ ਇਹਦੇ ਮਾਰਕਸ ਤਾਂ ਖਾਸ ਫਿਰ ਮਿਲਣੇ ਹੀ ਨਹੀਂ ਹੈਗੇ, ਠੀਕ ਹੈ, ਬਿਕੋਜ਼ ਉਹਨਾਂ ਨੇ ਆਲਰੇਡੀ ਉੱਪਰ ਦਿੱਤਾ ਹੀ ਹੋਇਆ ਆ। ਬਟ ਅਗਰ ਨਾ ਉੱਪਰ ਨਾਮ ਉਹਨਾਂ ਨੇ ਦਿੱਤਾ ਹੋਇਆ ਤਾਂ ਅਸੀਂ ਡੈਫੀਨੇਟਲੀ ਲਿਖਾਂਗੇ। ਓਕੇ, ਸੋ ਸਟਾਰਟ ਕਰਦੇ ਹਾਂ ਅਸੀਂ ਸੈਂਟਰਲ ਆਈਡੀਆ ਨੂੰ ਰੀਡ ਕਰਨਾ। The name of the poem is Once Upon a Time and the poet name is Gabriel Okera। This poem is criticism of modern life। ਕਹਿੰਦੇ ਇਹ poem ਜਿਹੜੀ ਆ criticize ਕੀਤੀ ਗਈ ਆ modern life ਨੂੰ ਲੈ ਕੇ। The poet shows the modern man's hypocrisy and insincerity। ਕਿ ਅੱਜ ਦਾ ਮਨੁੱਖ ਜਿਹੜਾ ਬੜਾ ਹੀ ਪਖੰਡਾਂ ਵਾਲਾ ਬਣਿਆ ਹੋਇਆ ਤੇ ਇਨਸਿੰਸੀਅਰ, ਉਹਦੇ ਵਿੱਚ ਕੋਈ ਵੀ ਸਮਝਦਾਰੀ ਵਾਲੀ ਗੱਲ ਹੈ ਨਹੀਂ। ਉਹ ਕੀ ਕਰਦਾ ਹੈ? ਸ਼ੋ ਆਫ ਹੀ ਕਰਦਾ ਆ, ਫਾਰਮੈਲਿਟੀਜ਼ ਹੀ ਕਰਦਾ, ਦਿਲੋਂ ਕਿਸੇ ਨਾਲ ਵੀ ਖੁਸ਼ ਨਹੀਂ ਹੁੰਦਾ। ਹਿਜ਼ ਐਕਸ਼ਨਸ, ਉਹ ਜੋ ਵੀ ਕੁਛ ਕਰਦਾ ਆ, ਡੂ ਨਾਟ ਰਿਫਲੈਕਟ ਹਿਜ਼ ਫੀਲਿੰਗਸ। ਜੋ ਉਹਦੀਆਂ ਫੀਲਿੰਗਸ ਹੁੰਦੀਆਂ ਤੇ ਜੋ ਉਹ ਕਰਦਾ ਆ, ਉਹ ਦੋਨੋਂ ਚੀਜ਼ਾਂ ਦਾ ਆਪਸ 'ਚ ਕੋਈ ਮੈਚ ਹੁੰਦਾ ਹੀ ਨਹੀਂ ਆ, ਠੀਕ ਹੈ। ਸੋ ਉਹ ਚੀਜ਼ਾਂ ਕੰਟਰੈਕਟ ਕਰਦੀਆਂ ਇੱਕ ਦੂਜੇ ਨੂੰ, ਕੰਟਰਾਸਟ ਦੇ ਵਿੱਚ ਆਉਣੀਆਂ ਆ। ਤੇ ਇਹ ਕੀ ਆ? ਐਕਸ਼ਨਸ ਉਹਦੇ ਫੀਲਿੰਗਸ ਨੂੰ ਰਿਫਲੈਕਟ ਨਹੀਂ ਕਰਦੇ। ਹੀ ਕੈਨ ਲਾਫ ਵਿਦਾਊਟ ਬੀਂਗ ਹੈਪੀ। ਉਹ ਖੁਸ਼ ਹੋਣ ਤੋਂ ਬਿਨਾਂ ਵੀ ਹੱਸ ਸਕਦਾ ਆ। ਹੀ ਕੈਨ ਸ਼ੇਕ ਹੈਂਡ with you while picking up your pocket with his left hand। ਉਹ ਰਾਈਟ ਹੈਂਡ ਦੇ ਨਾਲ ਤੁਹਾਡੇ ਨਾਲ ਕੀ ਕਰੂਗਾ? ਹੈਂਡ ਸ਼ੇਕ ਕਰਦਾ ਆ। ਪਰ ਲੈਫਟ ਹੈਂਡ ਉਹਦੀ ਕਿੱਥੇ ਹੁੰਦੀ? ਤੁਹਾਡੀ ਜੇਬ ਦੇ ਵਿੱਚ ਹੁੰਦੀ, ਤੁਹਾਡੀ ਜੇਬ ਕੱਟਣ ਦੇ ਲਈ, ਠੀਕ ਹੈ, ਜੇਬ ਕਤਰਨ ਲਈ, ਯਾਨੀ ਕਿ ਤੁਹਾਡੀ ਜੇਬ ਨੂੰ ਚੋਰੀ ਕਰਨ ਦੇ ਲਈ। he says goodbye when he means good riddance। ਕਹਿੰਦੇ ਉਹ ਗੁੱਡ ਬਾਏ ਕਹਿੰਦਾ ਆ। ਗੁੱਡ ਬਾਏ ਤਾਂ ਕਹਿੰਦਾ ਵੀ ਆਪਾਂ ਕਹਿੰਦੇ ਨੇ ਖੁਸ਼ੀ ਨਾਲ, ਚਲੋ ਫੇਰ ਮਿਲਾਂਗੇ, ਓਕੇ ਚੰਗਾ ਗੁੱਡ ਬਾਏ। ਬਟ ਅਸਲ ਦੇ ਵਿੱਚ ਮਨ ਦੇ ਮਨ ਵਿੱਚ ਕੀ ਕਹਿੰਦਾ ਆ? ਚੰਗਾ ਹੋਇਆ, ਛੁਟਕਾਰਾ ਹੋਇਆ, ਠੀਕ ਹੈ। ਉਹ ਅਸਲ ਦੇ ਵਿੱਚ ਗੁੱਡ ਰਿਡੈਂਸ ਨੂੰ ਮੰਨਦਾ ਉਸ ਟਾਈਮ ਤੇ। There are no hardly feelings in the modern man, but in old days people were sincere and affectionate। ਕਹਿੰਦੇ ਹੁਣ ਦੇ ਮਨੁੱਖ ਵਿੱਚ ਕੋਈ ਹਾਰਡਲੀ ਫੀਲਿੰਗਸ ਨਹੀਂ ਆ, ਪਰ ਜਿਹੜਾ ਓਲਡ ਸਮੇਂ ਦਾ ਮਨੁੱਖ ਸੀ ਉਹ ਸਿੰਸੀਅਰ ਵੀ ਸੀਗਾ ਤੇ ਇਫੈਕਸ਼ਨੇਟ ਵੀ ਸੀਗਾ। The poet glorifies the past। ਪੋਇਟ ਜਿਹੜਾ ਗਲੋਰੀਫਾਈ ਕਰਦਾ ਆ ਪਾਸਟ ਨੂੰ, ਪਾਸਟ ਦੇ ਬਾਰੇ ਸਾਨੂੰ ਦੱਸਦਾ ਆ। ਪਾਸਟ ਦੀ ਕੀ ਚੀਜ਼? ਸਿੰਪਲਿਸਿਟੀ, ਸਿੰਸੈਰਿਟੀ, ਠੀਕ ਹੈ। ਕਹਿੰਦੇ ਪਾਸਟ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਸਿੰਪਲਿਸਿਟੀ ਸੀ ਤੇ ਸਿੰਸੈਰਿਟੀ ਸੀ, ਉਹ ਸੀਗੀ ਜਿਹੜੀ ਕਿ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਨਜ਼ਰ ਆਉਂਦੀ ਸੀ। ਓਕੇ, ਸੋ ਇਹ ਸੀ ਸਾਡਾ ਸੈਂਟਰਲ ਆਈਡੀਆ ਆਫ ਦਾ ਪੋਇਮ ਵਨਸ ਅਪੋਨ ਅ ਟਾਈਮ। ਇੱਕ ਵਾਰੀ ਫਿਰ ਰਿਕੁਐਸਟ ਕਰ ਦੇਵਾਂ ਬੱਚੋ, ਵੀਡੀਓ ਲਾਈਕ ਕਰ ਦਿਓ, ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ, ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਫਰੈਂਡਸ ਦਾ ਭਲਾ ਹੋ ਸਕੇ। ਬਿਕੋਜ਼
ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਹੁੰਦੇ ਜਿਹੜੇ ਹਾਇਰ ਨਹੀਂ ਕਰ ਪਾਉਂਦੇ ਆਪਣੇ ਟਿਊਟਰਸ ਨੂੰ, ਸੋ ਉਹਨਾਂ ਨੂੰ ਜ਼ਰੂਰ ਇਹ ਸਿੱਖਿਆ ਜਿਹੜੀ ਮਿਲਣੀ ਚਾਹੀਦੀ ਆ। ਸੋ ਆਪਣੇ ਫਰੈਂਡਸ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਇਓ। ਥੈਂਕ ਯੂ ਸੋ ਮਚ।